ਕਿਸਾਨ ਵੀਰੋ ਤੇ ਭੈਣੋ, ਜੈ ਹਿੰਦ। ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ। ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਮਾਹਰਾਂ ਨਾਲ ਤੇ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਕਰਦੇ ਹੀ ਰਹਿੰਦੇ ਹਾਂ। ਅੱਜ ਵੀ ਅਸੀਂ ਇਸੇ ਜੀ ਮਹਾਰਾਜ ਜੀ ਉਹ ਬੱਲੇ 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 ਗੁਲਾਟੀ ਸਾਹਿਬ ਜੀ, ਉਹ ਬੱਲੇ ਜੈ ਹਿੰਦ ਜੀ, ਜੈ ਹਿੰਦ, ਜੈ ਹਿੰਦ ਡਾਕਟਰ ਸਾਹਿਬ ਜੀ, ਜੈ ਹਿੰਦ ਜੀ। ਬੈਠੋ 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 ਗੁਲਾਟੀ ਸਾਹਿਬ। ਹਾਂ ਜੀ ਆਇਆਂ ਨੂੰ ਡਾਕਟਰ ਸਾਹਿਬ ਜੀ। ਬਹੁਤ ਵਧੀਆ ਲੱਗਾ। ਮੈਂ ਕਹਿੰਦਾ ਭਾਗ ਜਗਾ ਅੱਜ ਤੇ ਸਾਡੇ ਵਿਹੜੇ ਤੇ ਡਾਕਟਰ ਸਾਹਿਬ ਆਏ ਅੱਜ। ਹੈ ਹੋਰ ਸੁਣਾਓ, ਠੀਕ ਠਾਕ? ਬਹੁਤ ਵਧੀਆ, ਤੁਸੀਂ ਸੁਣਾਓ, ਸਿਹਤਾਂ ਵੱਲ ਨੇ? ਬਿਲਕੁਲ ਵਾਲਣੀ ਜੀ। ਕਿ ਡਾਕਟਰ ਸਾਹਿਬ ਨੂੰ ਤੁਸੀਂ ਲੈ ਕੇ ਆਏ ਹੋ ਨਾਲ? ਹਾਂ ਬਿਲਕੁਲ, ਵਿਹੜੇ 'ਚ ਹੈ ਤਾਰਫ ਕਰਾਓ ਫਿਰ ਡਾਕਟਰ ਸਾਹਿਬ ਨੇ ਜੀ। ਡਾਕਟਰ ਸੁਰਿੰਦਰ ਸਿੰਘ, ਅੱਛਾ ਜੀ, ਜਲੰਧਰ ਦੇ ਮੁੱਖ ਖੇਤੀਬਾੜੀ ਅਫਸਰ ਨੇ। ਹਾਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਚ ਪੰਜਾਬ ਦੇ ਹੋਏ ਆ। ਇਹਨਾਂ ਦੇ ਪਹਿਲਾਂ ਵੀ ਦਰਸ਼ਨ ਹੋਏ ਆ। ਆਂਦੇ ਨੇ ਬੈਠਕ ਚ ਆਪਣੇ ਆਏ ਆ ਬੈਠਕ ਚ ਆਏ ਆ। ਬਹੁਤ ਵਧੀਆ ਜੀ। ਇੱਕ ਵਾਰੀ ਫੇਰ ਜੀ ਆਇਆਂ ਨੂੰ। ਤੁਹਾਡੇ ਵਰਗੇ ਜਦੋਂ ਮਾਹਰ ਆਂਦੇ ਆ ਬਹੁਤ ਦਿਲ ਖੁਸ਼ ਹੁੰਦਾ। ਬਿਲਕੁਲ ਜੀ ਹੈ। ਤੇ ਹੋਰ ਸੁਣਾਓ? ਵਧੀਆ, ਤੁਸੀਂ ਸੁਣਾਓ। ਗੱਲ ਹੈ ਕਿ ਮੈਂ ਅੱਗੇ ਦੇਖਦਾ ਸੀ ਕਿ ਉਹ ਵੇਲਾ ਸੀ ਜੀ ਜਦੋਂ ਬੜਾ ਰੌਲਾ ਸੀ ਕਰੋਨਾ ਦਾ। ਪਰੋਂ ਕਿਹੜਾ ਦੂਰ ਗਿਆ ਵੇਲਾ, ਤੇ ਅਜੇ ਵੀ ਚੱਲਣ ਡਿਆ। ਹਾਂ, ਤੁਸੀਂ ਹਮੇਸ਼ਾ ਆਪਣੇ ਇਸ ਬੈਠਕ ਚ ਆਪਾਂ ਕਹਿੰਦੇ ਰਹਿੰਦੇ ਹੋ ਜੀ ਕਿ ਧਿਆਨ ਰੱਖੋ। ਹਾਂ, ਰੱਖਣਾ। ਪਰ ਉਹ ਧਿਆਨ ਦਾ ਕਿਤੇ ਨਾ ਕਿਤੇ ਅਣਗਹਿਲੀ ਹੋਈ ਤੇ ਫਿਰ ਦੁਬਾਰਾ ਕੇਸ ਬੜੇ ਵਧਣ ਡੇ। ਹਾਂ, ਸਾਵਧਾਨੀ ਹਟੀ ਤੇ ਦੁਰਘਟਨਾ ਘਟੀ। ਕਿਉਂ ਜੀ? ਉਹੀ ਗੱਲ ਹੋਣ ਡਈ ਮੈਂ ਸਿੰਘ ਜੀ। ਇਸੇ ਕਰਕੇ ਦੇਖੋ ਗੱਲ ਇਹ ਹੁੰਦੀ ਆ ਬਈ ਵੈਸੇ ਵੀ ਸਾਡੀ ਨਾ ਇੱਕ ਇਨਸਾਨ ਦੀ ਫਿਤਰਤ ਹੋ ਗਈ ਆ ਵੀ ਜਦੋਂ ਤੇ ਇਦਾਂ ਦੀ ਕੋਈ ਮੁਸੀਬਤ ਆਂਦੀ ਅਸੀਂ ਡਰਦੇ ਆ, ਹੈ ਨਾ। ਪਰ ਮੁੜ ਕੇ ਅਸੀਂ ਐਵੇਂ ਆਦੀ ਜੇ ਹੋ ਜਾਂਦੇ ਆ, ਮੁੜ ਕੇ ਭੁੱਲ ਜਾਂਦੇ ਆ। ਪਰ ਗੱਲ ਤੇ ਇਹ ਆ ਡਾਕਟਰ ਸਾਹਿਬ ਜੀ, ਜਿਹੜਾ ਦੁਸ਼ਮਣ ਨਜ਼ਰ ਹੀ ਨਹੀਂ ਆਉਂਦਾ ਪਿਆ ਉਹਦੇ ਨਾਲ ਅਸੀਂ ਲੜਾਂਗੇ ਕੀ ਆਪ? ਨਹੀਂ, ਉਹਦੇ ਵਿੱਚ ਯਾਨੀ ਸਾਨੂੰ ਇhtiyat ਰੱਖਣੀ ਚਾਹੀਦੀ ਹੈ। ਜਦੋਂ ਹੁਣ ਪਿਛਲੇ ਸਮੇਂ ਵੀ ਆਪਾਂ ਕਰੋਨਾ ਸ਼ੁਰੂ ਹੋਇਆ ਜੀ ਉਸ ਤੋਂ ਬਾਅਦ ਦੇਖੋ ਖੇਤੀਬਾੜੀ ਦਾ ਜਿਹੜਾ ਇੱਕ ਧੰਦਾ ਆ ਇਹੋ ਜਿਹਾ ਜਿਹੜਾ ਸਾਰਾ ਸਾਲ ਚੱਲਦਾ ਰਹਿੰਦਾ। ਬਿਲਕੁਲ। ਔਰ ਅਸੀਂ ਕਿਸਾਨਾਂ ਨੂੰ ਬੜੇ ਤਰੀਕੇ ਨਾਲ ਕਿ ਕਰੋਨਾ ਤੋਂ ਬਚਣ ਲਈ ਇੱਕ ਸਮਾਜਿਕ ਦੂਰੀ ਬਣਾ ਕੇ ਰੱਖਣੀ ਹੈ। ਕਿਵੇਂ ਜਿਹੜੀ ਲੇਬਰ ਆ ਆਉਂਦੀ ਹੈ ਉਹਦੀ ਕਟਾਈ ਕਰਦੀ ਹੈ, ਉਹਨੂੰ ਕਿਵੇਂ ਸੈਨੀਟਾਈਜ਼ ਕਰਨਾ, ਹੱਥ ਧਵਾਉਣੇ ਨੇ। ਫਿਰ ਅਸੀਂ ਬਹੁਤ ਸਾਰੀਆਂ ਜਦੋਂ ਕਟਾਈ ਵੇਲੇ ਮਸ਼ੀਨਾਂ ਸੀ ਉਹਨਾਂ ਦੀ ਸੈਨੀਟਾਈਜ਼ ਕਰਾਉਂਦੇ ਰਹੇ ਆ। ਮਤਲਬ ਦੇਖੋ ਕੰਮ ਬਹੁਤਾ ਔਖਾ ਵੀ ਨਹੀਂ ਹੈ ਨਹੀਂ ਜੀ। ਹੁਣ ਫੇਰ ਉਹੀ ਵੇਲਾ ਆ ਹੀ ਜਾਣਾ ਹੈ। ਪਰੋਂ ਵੀ ਇਦਾਂ ਹੀ ਹੋਇਆ ਸੀ ਇਹਨਾਂ ਦਿਨਾਂ 'ਚ ਹੀ, ਹੈ ਨਾ। ਸਮਾਜਿਕ ਦੂਰੀ ਏ, ਮਾਸਕ ਏ, ਕਿੰਨਾ ਕੋਕਾ ਕੰਮ ਨਹੀਂ ਰੁਕਦੇ ਡਾਕਟਰ ਸਾਹਿਬ। ਉਹ ਤੁਹਾਡੀ ਗੱਲ ਸਹੀ ਹੈ ਵੀ ਇhtiyat ਤੇ ਅਸੀਂ ਆਪ ਵਰਤਣੀ ਹੈ। ਦੇਖੋ ਬੜਾ ਜਦੋਂ ਇhtiyat ਰੱਖਿਆ ਔਰ ਇਹ ਜੇ ਅਸੀਂ ਕਿਸਾਨਾਂ ਨੂੰ ਵੀ ਗਾਈਡ ਕੀਤਾ ਔਰ ਬੜਾ ਕੰਟਰੋਲ ਹੋ ਗਿਆ ਸੀ। ਹੁਣ ਫਿਰ ਇਸੇ ਤਰੀਕੇ ਨਾਲ ਜਦੋਂ ਆਪਾਂ ਅਣਗਹਿਲੀ ਵਰਤ ਗਈ ਹੈ ਦੇਖੋ ਉਹਦੇ ਨਾਲ ਫਿਰ ਜਿਹੜੇ ਕੇਸ ਵਧਣੇ ਸ਼ੁਰੂ ਹੋ ਗਏ। ਦੂਜੀ ਗੱਲ ਇਹ ਆ ਵੀ ਦੇਖੋ ਮਾਹਰ ਕੀ ਕਰ ਸਕਦੇ ਆ, ਸਾਇੰਸਦਾਨ ਵਿਗਿਆਨਕ ਕੀ ਕਰ ਸਕਦੇ ਆ, ਖੋਜ ਕਰ ਸਕਦੇ ਆ, ਉਹ ਉਹਨਾਂ ਨੇ ਕਰਤੀ ਆ। ਦੇਖੋ ਬੜੀ ਦੇਖੋ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਮਿੱਠਾ ਸਿੰਘ ਜੀ ਕਿ ਸਾਡੇ ਦੇਸ਼ 'ਚ ਦਵਾਈ ਬਣ ਗਈ ਤੇ ਵੈਕਸੀਨ ਆ ਗਈ ਤੇ ਹੁਣ ਆਪਾਂ ਇੰਜੈਕਸ਼ਨ ਲਾਉਣ ਨੂੰ ਟਾਈਮ ਤੇ ਲੱਗਦਾ। ਮਾਈ ਤੇ ਲਵਾ ਲਈ ਹੋਈ ਜੀ ਪਹਿਲੀ ਡੋਜ਼। ਚੰਗੀ ਗੱਲ। ਹਾਂ ਬਿਲਕੁਲ। ਇਹ ਜਦੋਂ ਇੰਜੈਕਸ਼ਨ ਲੱਗ ਗਿਆ ਫਿਰ ਕਾਫੀ ਹੱਦ ਤੱਕ ਆਪਣੇ ਤੇ ਆਪਾਂ ਬਚਾਅ ਕਰ ਸਕਦੇ ਆ, ਪਰ ਨਾਲ ਦੇ ਨਾਲ ਇhtiyat ਵੀ ਵਰਤਣੀ ਆ। ਬਿਲਕੁਲ। ਅੱਛਾ, ਮੈਂ ਇੱਕ ਹੋਰ ਗੱਲ ਕਰਨੀ ਸੀ ਤੁਹਾਡੇ ਨਾਲ। ਅੱਜ ਨਾ ਮੇਰੇ ਕੋਲ ਉਹ ਲੈਂਦੀ ਪਤੀ ਜਮੀਤ ਸਿੰਘ ਨਹੀਂ ਰਹਿੰਦਾ। ਹਾਂ ਉਹਦੀ ਪੋਤੀ ਆ ਗਈ। ਅੱਛਾ। ਦਿਨੇ ਤੇ ਸਤਿ ਸ੍ਰੀ ਅਕਾਲ ਬਾਪੂ ਜੀ। ਮੈਂ ਕਿਹਾ ਆ ਜਾ ਪੁੱਤਰ, ਕਿੱਧਰ ਆਈ ਅੱਜ? ਉਹਨੇ ਨਾ ਇੱਕ ਨਿੱਕੀ ਜੀ ਐਡੀ ਕੋ ਫੁਲਕਾਰੀ ਜੀ ਲਿਆਦੀ ਜੀ ਆਪਣੇ ਨਾਲ। ਕੀ ਬਾਤ ਹੈ। ਉਹ ਮੈਂ ਬੜਾ ਖੁਸ਼ ਹੋਇਆ ਵੇਖ ਕੇ। ਮੈਂ ਕਿਹਾ ਕਿੱਥੋਂ ਲਿਆਈ ਆ ਗੁੱਡੀਏ? ਆਂਦੀ ਬਾਪੂ ਜੀ ਇਹ ਨਾ ਮੈਂ ਉਹ ਜਿਹੜੀਆਂ ਆਪਣੀਆਂ ਤਾਈਆਂ ਚਾਚੀਆਂ ਸਾਡੀਆਂ ਬਹਿੰਦੀਆਂ ਨਾ, ਕਿਹੜਾ ਗਰੁੱਪ ਕਹਿੰਦੇ ਹੁੰਦੇ ਸਵੈ ਸਹਾਇਤਾ ਸਮੂਹ। ਬਸ ਸੈਲਫ ਹੈਲਪ ਗਰੁੱਪ। ਉੱਥੇ ਬਹਿ ਕੇ ਸਿੱਖੀ ਆ। ਕੀ ਬਾਤ ਹੈ। ਤੇ ਕਹਿੰਦੀ ਮੈਂ ਨਾ ਸੋਚਿਆ ਮੈਂ ਪਹਿਲੇ ਬਾਪੂ ਜੀ ਨੂੰ ਵਿਖਾ ਕੇ ਆਵਾਂ। ਮੈਂ ਉਹਨੂੰ ਪਿਆਰ ਦਿੱਤਾ ਜੀ। ਬੜਾ ਖੁਸ਼ ਹੋਇਆ ਮੈਂ ਉਹ ਦੇਖ ਕੇ। ਉਹਨੇ ਹੱਥ ਨਾਲ ਫੁਲਕਾਰੀ ਕੱਢੀ। ਦੇਖੋ ਸਾਡੇ ਸਵੈ ਸਹਾਇਤਾ ਗਰੁੱਪ ਜਿਹੜੇ ਆਪਾਂ ਸੈਲਫ ਹੈਲਪ ਗਰੁੱਪ ਤੁਸੀਂ ਕਹਿ ਰਹੇ ਹੋ ਜੀ, ਬਹੁਤ ਸਾਰੇ ਪਿੰਡਾਂ 'ਚ ਸਾਡੇ ਸ਼ੁਰੂ ਕੀਤੇ ਨੇ ਔਰ ਇਹਨੂੰ ਟ੍ਰੇਨਿੰਗਾਂ ਵੀ ਆਪਾਂ ਦੇ ਰਹੇ ਹਾਂ, ਬੀਬੀਆਂ ਕਿਸਾਨ ਬੀਬੀਆਂ ਨੂੰ ਦੇ ਰਹੇ ਹਾਂ ਜੀ। ਔਰ ਪਿੰਡਾਂ ਵਿੱਚ ਹੀ ਇਹ ਜਿਹੜੀਆਂ ਬਹੁਤ ਸਾਰੇ ਜਿੱਦਾਂ ਪ੍ਰੋਡਕਟ ਨੇ ਆਪਾਂ ਇਹ ਸਿਖਾਉਂਦੇ ਪਏ ਨੇ, ਉਹ ਬਣਾ ਕੇ ਇਹ ਆਪਾਂ ਨੂੰ ਬੀਬੀਆਂ ਜਿਹੜੀਆਂ ਮਿੱਠਾ ਸਿੰਘ ਜੀ ਇਹ ਜਿਹੜੇ ਧੰਦਾ ਅਪਣਾ ਸਕਦੇ ਸਾਹਿਬ ਨੇ ਸਹੀ ਫਰਮਾਇਆ ਜੀ ਕਿ ਇਹ ਜਿਹੜੇ ਗਰੁੱਪ ਨੇ ਨਾ ਇਹ ਜੋ ਬਣਾਉਂਦੇ ਨੇ ਇਸਕੋ ਬੜੀ ਵਧੀਆ ਨੇ ਫੁਲਕਾਰੀ ਬਣਾਈ। ਇਹ ਇੱਕ ਐਸੀ ਜਾਗ ਹੈ ਜੇ ਇਹ ਚੱਲ ਪਵੇ ਨਾ ਇਹ ਐਸਾ ਕੰਮ ਧੰਦਾ ਬਣ ਸਕਦਾ ਹੈ। ਇਹਨੂੰ ਆਪਾਂ ਸਟਾਰਟਅਪ ਕਹਿੰਦੇ ਆ। ਦੇਖੋ ਕੰਮ ਧੰਦਾ ਤੇ ਬਣ ਹੀ ਸਕਦਾ ਹੈ। ਦੂਜਾ ਇਹ ਹੈ ਵੀ ਸਾਡੇ ਵਿਰਸੇ ਦੀ ਵੀ ਸੰਭਾਲ ਨਾਲ। ਔਰ ਦੇਖੋ ਵਿਰਸੇ ਨੂੰ ਸੰਭਾਲਣ ਦੀ ਲੋੜ ਨਹੀਂ ਮਿੱਠਾ ਸਿੰਘ ਜੀ। ਬਿਲਕੁਲ ਸੰਭਾਲਣ ਦੀ ਲੋੜ ਆ। ਇਹ ਚੀਜ਼ਾਂ ਸਾਡਾ ਵਿਰਸਾ ਆ, ਅਸੀਂ ਇਹਨਾਂ ਨੂੰ ਸੰਭਾਲਣਾ ਆ। ਅੱਛਾ, ਗੱਲ ਇਹ ਆ ਜੀ ਬਈ ਡਾਕਟਰ ਸਾਹਿਬ ਆਏ ਆ ਤੇ ਇਹਨਾਂ ਨਾਲ ਵੀ ਗੱਲਬਾਤ ਆਪਾਂ ਕਰਨੀ। ਇਹਨਾਂ ਕੋਲੋਂ ਬੜੀ ਜਾਣਕਾਰੀ ਲੈਣੀ ਆਪਾਂ ਅੱਜ। ਲੈਣੀ ਆ ਜੀ। ਸੁਧਰੇ ਬੀਜ ਜੀ ਜਿਹੜੇ ਹੁੰਦੇ ਆ, ਸੁਧਰੇ ਬੀਜਾਂ ਦੀ ਮਹੱਤਤਾ ਜੀ ਹੈ ਜੀ ਤੇ ਪੈਦਾਵਾਰ
ਬਿਲਕੁਲ ਬੜਾ ਮਹੱਤਵਪੂਰਨ ਵਿਸ਼ਾ ਜੀ ਮਿੱਠਾ ਸਿੰਘ ਜੀ ਅੱਜ। ਇਹ ਸਾਡਾ ਅੱਜ ਦਾ ਵਿਸ਼ਾ ਆ। ਅਸੀਂ ਜਿਹੜੀ ਆਪਣੇ ਵਿਹੜੇ ਦੇ ਵਿੱਚ ਆਪਣੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਨੀ ਆ ਜੀ। ਕਿਸਾਨ ਵੀਰੋ ਤੇ ਭੈਣੋ, ਤੁਸੀਂ ਵੀ ਜੇ ਕੋਈ ਸਾਡੇ ਅੱਜ ਦੇ ਵਿਸ਼ੇ ਤੇ ਸਾਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਪੁੱਛ ਸਕਦੇ ਹੋ। ਸਾਡਾ ਟੈਲੀਫੋਨ ਨੰਬਰ ਹੈ 0181 281 42 61 0181 281 42 64। ਡਾਕਟਰ ਸਾਹਿਬ ਜੀਓ, ਜੇ ਅਸੀਂ ਵਿਸ਼ੇ ਦੀ ਗੱਲ ਕਰੀਏ ਸੁਧਰੇ ਬੀਜ ਹੈ ਨਾ, ਦੂਜੇ ਪਾਸੇ ਜੇ ਇਹਨੂੰ ਅਸੀਂ ਦੂਜੇ ਲਫ਼ਜ਼ਾਂ 'ਚ ਕਹਿ ਦਈਏ ਤਸਦੀਕਸ਼ੁਦਾ ਜੀ। ਤੇ ਜੇ ਇਹ ਜਾਣਨਾ ਚਾਹੀਏ ਤੁਹਾਡੇ ਤੋਂ ਸਭ ਤੋਂ ਪਹਿਲਾਂ ਅਸੀਂ ਵੀ ਸੁਧਰੇ ਜਾਂ ਤਸਦੀਕਸ਼ੁਦਾ ਬੀਜ ਜਿਹੜੇ ਹੁੰਦੇ ਆ ਹੈ ਨਾ, ਇਹਦੀ ਸਾਡੀ ਖੇਤੀਬਾੜੀ 'ਚ ਕੀ ਮਹੱਤਤਾ ਆ, ਤੁਸੀਂ ਕੀ ਕਹਿਣਾ ਚਾਹੋ? ਦੇਖੋ, ਬੀਜ ਜਿਹੜਾ ਕਿਸੇ ਵੀ ਖੇਤੀ ਦਾ ਧੁਰਾ ਹੁੰਦੇ ਨੇ ਜੀ। ਜੇਕਰ ਆਪਾਂ ਤਸਦੀਕਸ਼ੁਦਾ ਬੀਜ ਦਾ ਜਾਂ ਸੁਧਰੇ ਬੀਜ ਕਿਸੇ ਸਰਟੀਫਾਈਡ ਏਜੰਸੀ ਤੋਂ ਜਾਂ ਕਿਸੇ ਸਰਕਾਰੀ ਇਦਾਰੇ ਤੋਂ ਜਾਂ ਜਿਹੜੇ ਸਾਡੇ ਰਜਿਸਟਰਡ ਡੀਲਰ ਤੋਂ ਆਪਾਂ ਇਹ ਮਿਲ ਸਕਦੇ ਨੇ। ਸੋ ਕਹਿਣ ਦਾ ਭਾਵ ਹੈ ਵੀ ਜੇਕਰ ਆਪਾਂ ਲੈ ਲਈਏ ਵੀ ਹਰ ਬੀਜ ਜਿਹੜਾ ਦਾਣਾ ਤੇ ਹਰ ਦਾਣਾ ਜਿਹੜਾ ਬੀਜ ਨਹੀਂ ਹੁੰਦਾ। ਵਾਹ ਵਾਹ, ਸੋ ਇਹ ਜਿਹੜੀਆਂ ਚੀਜ਼ਾਂ ਨੇ ਸਾਨੂੰ ਇਹ ਜੇਕਰ ਆਪਾਂ ਸਰਟੀਫਾਈਡ ਬੀਜ ਕਿਸੇ ਕਿਸਾਨ ਨੇ ਪ੍ਰਾਪਤ ਕੀਤਾ ਕਿਤੋਂ, ਉਸ ਖੇਤ ਦਾ ਜਿਹੜੀ ਫਸਲ ਆ ਔਰ ਜਿਹੜੇ ਆਮ ਫਸਲ ਦੀ ਜਿਹੜੀ ਆਮ ਜਿਹੜੀ ਜਿੱਥੋਂ ਬੀਜ ਲਿਆ ਕੇ ਉਹਨੇ ਫਸਲ ਬੀਜੀ ਹੈ, ਜੇ ਆਪਾਂ ਡਿਫਰੈਂਸ ਦੇਖੀਏ ਤਾਂ ਉਹ ਕੁਦਰਤੀ ਸਾਨੂੰ ਉੱਥੇ ਪਤਾ ਲੱਗ ਜਾਂਦਾ ਵੀ ਇਹ ਬੀਜ ਜਿਹੜਾ ਇਹ ਵਾਕਈ ਤਸਦੀਕਸ਼ੁਦਾ। ਔਰ ਦੂਸਰਾ ਜਿਹੜੀਆਂ ਸਾਨੂੰ ਸਿਫਾਰਿਸ਼ ਕਿਸਮਾਂ ਜਿਹੜੀਆਂ ਨੇ ਉਹ ਸਾਨੂੰ ਉਹਨਾਂ ਦਾ ਬੀਜ ਹੀ ਲੈਣਾ ਚਾਹੀਦਾ। ਦੇਖੋ ਇਸੇ ਕਰਕੇ ਸਿਆਣੇ ਨੇ ਕਿਹਾ ਕਿ ਪਾਣੀ ਪੀਓ ਪੁਣ ਕੇ ਤੇ ਬੀ ਪਾਓ ਚੁਣ ਕੇ। ਨਹੀਂ ਡਾਕਟਰ ਸਾਹਿਬ ਦੀ ਉਹ ਗੱਲ ਬਹੁਤ ਵਧੀਆ ਵੀ ਹਰ ਬੀਜ ਦਾਣਾ ਨਹੀਂ ਹੁੰਦਾ ਤੇ ਹਰ ਦਾਣਾ ਬੀ ਨਹੀਂ ਹੁੰਦਾ। ਬੀਜ ਨਹੀਂ ਹੁੰਦਾ, ਆਪਾਂ ਇਹ ਨਹੀਂ ਕਹਿੰਦਾ ਵੀ ਸਾਰੇ ਬੀਜ ਹੀ ਨੇ, ਬੀਜ ਦੀ ਵੱਖਰੀ ਇੱਕ ਕੁਆਲਿਟੀ ਹੈ। ਅੱਛਾ, ਹੁਣ ਡਾਕਟਰ ਸਾਹਿਬ ਗੱਲ ਇਹ ਹੁੰਦੀ ਹੈ ਕਿ ਜੇ ਅਸੀਂ ਬੀਜ ਖਰੀਦਣਾ ਹੋਵੇ ਜੀ ਤੇ ਦੇਖੋ ਤਸਦੀਕਸ਼ੁਦਾ ਬੀਜ ਤੁਸੀਂ ਫਰਮਾਇਆ, ਸੁਧਰਿਆ ਬੀਜ ਦੀ ਗੱਲ ਆਪਾਂ ਕੀਤੀ ਹੈ, ਕਿੱਥੋਂ ਮਿਲਦੇ ਨੇ, ਕਿਹੜੇ ਕਿਹੜੇ ਅਦਾਰੇ ਨੇ ਜਿੱਥੋਂ ਇਹ ਬੀਜ ਆਪਾਂ ਸੌਖਾ ਔਰ ਚੰਗਾ ਪ੍ਰਾਪਤ ਕਰ ਸਕਦੇ ਹਾਂ? ਜੀ ਗਰਾਟੀ ਜੀ, ਜਿਹੜੇ ਸੁਧਰੇ ਬੀਜ ਜਾਂ ਆਪਾਂ ਕਹਿ ਲਈਏ ਦੂਸਰੇ ਲਫ਼ਜ਼ਾਂ 'ਚ ਤਸਦੀਕਸ਼ੁਦਾ ਬੀਜ, ਇਹ ਸਾਡੇ ਸਰਕਾਰੀ ਇਦਾਰੇ ਜਿਸ ਤਰ੍ਹਾਂ NSC ਹੈਗੀ ਹੈ, ਫਿਰ ਪੰਸੀਡ ਹੈਗੀ ਹੈ, ਔਰ KVK ਹੈਗਾ ਸਾਡਾ ਖੇਤੀਬਾੜੀ ਵਿਭਾਗ ਆ, ਔਰ ਇਹਨਾਂ ਅਦਾਰਿਆਂ ਤੋਂ ਮਿਲ ਸਕਦੇ ਆ। ਔਰ ਇਸ ਤੋਂ ਇਲਾਵਾ ਸਾਡੇ ਜਿਹੜੇ ਰਜਿਸਟਰਡ ਡੀਲਰ ਨੇ ਜਿਨ੍ਹਾਂ ਨੇ ਲਾਇਸੈਂਸ ਲਏ ਨੇ, ਲਾਇਸੈਂਸਸ਼ੁਦਾ ਨੇ, ਉਹਨਾਂ ਕੋਲ ਆਪਾਂ ਬੀਜ ਜਿਹੜਾ ਇਹ ਲੈ ਸਕਦੇ ਹਾਂ। ਔਰ ਇਹ ਜਿਹੜੇ ਅਦਾਰੇ ਜਿਹੜੇ ਨੇ ਬਕਾਇਦਾ ਇਹ ਸਾਡੀ ਸਰਟੀਫਾਈਡ ਏਜੰਸੀ ਜਿਹੜੀ ਹੈ ਉਹਨੂੰ ਤਸਦੀਕ ਕਰਦੀ ਹੈ, ਬਕਾਇਦਾ ਉੱਤੇ ਸਰਟੀਫਾਈਡ ਦਾ ਟੈਗ ਲੱਗਾ ਹੁੰਦਾ। ਔਰ ਇਹ ਜਿਹੜਾ ਬੀਜ ਆਪਾਂ ਉੱਥੋਂ ਉਸ ਅਦਾਰਿਆਂ ਤੋਂ ਲੈ ਸਕਦੇ। ਇਹਦੀ ਪਹਿਚਾਣ ਕੀ ਹੈ? ਪਹਿਚਾਣ ਇਹਦੀ ਹੈ, ਦੇਖੋ ਉਸ ਜਿਹੜਾ ਬੈਗ ਜਿਹੜਾ ਉਹਦੇ ਤੇ ਪੈਕ ਹੁੰਦਾ ਉੱਤੇ ਬਕਾਇਦਾ ਨੀਲਾ ਜਿਹਾ ਟੈਗ ਹੁੰਦਾ ਔਰ ਉਹਦੇ ਤੇ ਸਰਟੀਫਾਈਡ ਬੀਜ ਲਿਖਿਆ ਹੁੰਦਾ, ਉਸ ਅਦਾਰੇ ਦੀ ਮੋਹਰ ਹੁੰਦੀ ਹੈ ਸਰਟੀਫਾਈਡ, ਬਈ ਇਹ ਸਰਟੀਫਾਈਡ ਹੈ, ਤੇ ਉਹ ਬਕਾਇਦਾ ਉਹਦੀ ਸਰਟੀਫਾਈਡ ਦਾ ਟੈਗ ਲੱਗਾ ਹੁੰਦਾ ਜਿੱਥੋਂ ਅਸੀਂ ਪਛਾਣ ਕਰ ਸਕਦੇ ਹਾਂ। ਉਹਦੀ ਪੈਕਿੰਗ ਲਿਖੀ ਹੁੰਦੀ ਹੈ ਔਰ ਕਿੰਨੇ ਕਿਲੋ ਆ ਔਰ ਕੀ ਹੈਗਾ ਉਹਦੀ ਸਪੈਸੀਫਿਕੇਸ਼ਨ ਕੀ ਆ ਔਰ ਬਕਾਇਦਾ ਉਹਦੇ ਵਿੱਚ ਉਹ ਲੱਗਾ ਹੁੰਦਾ। ਉਹ ਆਪਾਂ ਇੱਥੋਂ ਆਧਾਰ ਕਰ ਸਕਦੇ ਹਾਂ ਵੀ ਇਹ ਸਾਡਾ ਬੈਗ ਜਿਹੜਾ ਹੈ ਸਰਟੀਫਾਈਡ ਵਿੱਚ ਸੀਡ ਆ। ਹਾਂ, ਇਹ ਵੀ ਗੱਲ, ਕਿਉਂਕਿ ਦੇਖੋ ਗੁਲਾਟੀ ਸਾਹਿਬ ਜੀ, ਅਸੀਂ ਜਾਈਏ ਨਾ ਕਿਸੇ ਵੀ ਸ਼ਹਿਰ ਚਲ ਜਾਈਏ, ਛੋਟੇ ਕਸਬਿਆਂ ਚਲ ਜਾਈਏ, ਆਮ ਤੌਰ ਤੇ 8-10 ਦੁਕਾਨਾਂ ਹੁੰਦੀਆਂ ਹੀ ਆ ਹੈ ਨਾ ਬੀਜਾਂ ਮਿਲ ਜਾਂਦੀ ਹੈ। ਪਰ ਸਾਨੂੰ ਇਹ ਤਸਦੀਕ ਕਰ ਲੈਣਾ ਚਾਹੀਦਾ ਵੀ ਇਹਨਾਂ ਕੋਲੋਂ ਪ੍ਰਮਾਣ ਪੱਤਰ ਵੀ ਹੈ ਕਿ ਨਹੀਂ ਹੈ, ਲਾਇਸੈਂਸੀ ਡੀਲਰ ਵੀ ਹੈ ਕਿ ਨਹੀਂ ਹੈ, ਜਿਸ ਨਾਲ ਕਿਹਾ ਤੇ ਨਾਲ ਉਹ ਟੈਗ ਲੱਗਾ ਨੀਲਾ ਕਿ ਨਹੀਂ ਲੱਗਾ। ਡਾਕਟਰ ਸਾਹਿਬ ਉਹ ਬਿੱਲ ਜਿਹੜਾ ਅਸੀਂ ਲੈਨੇ ਉਹਦੇ ਤੇ ਵੀ ਤੇ ਲਿਖਿਆ ਹੋਏਗਾ ਕੁਝ? ਬਿਲਕੁਲ, ਜਿਹੜਾ ਜਦੋਂ ਆਪਾਂ ਲੈਨੇ ਆ ਅਸੀਂ ਸਾਰੇ ਸਾਡੇ ਕਿਸਾਨ ਵੀਰਾਂ ਨੂੰ ਅਸੀਂ ਹਰ ਕੈਂਪ 'ਚ ਹਰ ਪਾਸੇ ਉਹਨੂੰ ਜਾਗਰੂਕ ਕਰਾਉਂਦੇ ਆ ਵੀ ਜਦੋਂ ਵੀ ਕਿੱਥੋਂ ਵੀ ਲੈਣਾ, ਆਪਣੇ ਅਦਾਰੇ ਤੋਂ ਲੈਣਾ ਸਰਕਾਰੀ ਤੋਂ ਜਾਂ ਕਿਸੇ ਪ੍ਰਾਈਵੇਟ ਡੀਲਰ ਤੋਂ ਲੈਣਾ, ਉਹਦੇ ਕੋਲ ਬਕਾਇਦਾ ਤੁਸੀਂ ਬਿੱਲ ਲਓ ਔਰ ਉਹ ਬੀਜ ਜਿਹੜਾ ਉਹ ਜੇ ਜਿਹਨੇ ਲਾਇਸੈਂਸ ਲਿਆ ਹੋਏਗਾ ਉਹਨੂੰ ਬਕਾਇਦਾ ਉਹਦਾ ਬੀਜ ਦਾ ਬਿੱਲ ਦੇਗਾ। ਬਿੱਲ ਚਾਹੀਦਾ। ਡਾਕਟਰ ਸਾਹਿਬ ਇਸੇ ਤਰ੍ਹਾਂ ਗੱਲਬਾਤ ਅਸੀਂ ਜਾਰੀ ਰੱਖਾਂਗੇ। ਇੱਕ ਸੱਜਣਾ ਦਾ ਫੋਨ ਆ ਗਿਆ, ਸਾਨੂੰ ਫੋਨ ਸੁਣ ਲਈਏ। ਹੈਲੋ ਜੀ। ਸਤਿ ਸ੍ਰੀ ਅਕਾਲ ਜੀ। ਗਿਆਨ ਸਿੰਘ ਖਿੰਡਾ, ਪਿੰਡ ਲੋਹਗੜ੍ਹ ਠਾਕਰਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਬੋਲ ਰਿਹਾ ਜੀ। ਖਿੰਡਾ ਸਾਹਿਬ ਕੀ ਸਵਾਲ ਆ ਜੀ ਤੁਹਾਡਾ? ਸਵਾਲ ਮੇਰਾ ਇਹ ਹੈ ਜੀ, ਜਿੱਦਾਂ ਆਪਾਂ ਨੂੰ ਬਾਜ਼ਾਰਾਂ ਤੋਂ ਜਾਂ ਯੂਨੀਵਰਸਿਟੀ ਤੋਂ ਬੀਜ ਸੋਧੇ ਮਿਲ ਜਾਂਦੇ ਆ ਤੇ ਅਸੀਂ ਘਰ ਵੀ ਸੋਧ ਸਕਦੇ ਬੀਜ ਨਹੀਂ, ਇਹਦੇ ਬਾਰੇ ਦੱਸਿਓ ਵੀ ਘਰ ਸੋਧਣਾ ਹੋਵੇ ਤਾਂ ਬੀਜ ਕਿੱਦਾਂ ਸੋਧ ਸਕਦੇ ਆ? ਧੰਨਵਾਦ, ਮਿਹਰਬਾਨੀ। ਹਾਂ, ਸੋਧਣ ਦੀ ਗੱਲ ਕਰਦੇ ਪਏ ਆ ਜੀ, ਇਹ ਵੀ ਜੇ ਅਸੀਂ ਮਤਲਬ ਬੀਜ ਸੋਧਣਾ ਹੋਵੇ, ਬੀਜ ਜਿਹੜੇ ਆ ਉਹ ਜਿਹੜੇ ਕਿ ਸਰਟੀਫਾਈਡ ਏਜੰਸੀ ਕਈਆਂ ਵੇਲੇ ਪੈਕ ਹੋਇਆ ਹੁੰਦਾ ਸਰਟੀਫਾਈਡ ਬੀਜ, ਜਾਂ ਏਜੰਸੀ ਤੋਂ ਜਾਂ ਯੂਨੀਵਰਸਿਟੀ ਤੋਂ ਲਿਆ ਹੁੰਦਾ, ਉਹ ਤਾਂ ਕਈ ਵਾਰੀ ਉਹ ਸੋਧਿਆ ਹੀ ਹੁੰਦਾ, ਵਿੱਚ ਦਵਾਈ ਲੱਗੀ ਹੁੰਦੀ। ਫਿਰ ਵੀ ਅਸੀਂ ਜੇ ਆਪਾਂ ਜਿਹੜਾ ਬੀਜ ਸਾਨੂੰ ਮਿਲਦਾ ਜੇ ਉਹ ਸੋਧਿਆ ਨਹੀਂ ਤੇ ਆਪਾਂ ਉਸ ਬੀਜ ਨੂੰ
ਜੋ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਨੇ ਉਹਦੇ ਮੁਤਾਬਕ ਬੀਜ ਲਗਾ ਕੇ ਆਪਾਂ ਸੋਧ ਸਕਦੇ ਹਾਂ ਔਰ ਬਾਅਦ 'ਚ ਆਪਾਂ ਇਹਦੀ ਬਿਜਾਈ ਕਰ ਸਕਦੇ ਹਾਂ ਜੀ। ਹਾਂ, ਮਤਲਬ ਕੋਈ ਏਡੀ ਫਰਕ ਵਾਲੀ ਗੱਲ ਨਹੀਂ ਹੈਗੀ, ਘਰ ਵੀ ਸਿਫਾਰਿਸ਼ਾਂ ਵਾਲੀ ਦਵਾਈ ਵਰਤ ਕੇ ਅਸੀਂ ਸੋਧਣ ਦੀ। ਅੱਛਾ ਡਾਕਟਰ ਸਾਹਿਬ, ਜਿਵੇਂ ਇਹਨਾਂ ਨੇ ਫੋਨ ਤੇ ਪੁੱਛਿਆ ਆ ਵੀ ਅਸੀਂ ਘਰ ਸੋਧ ਸਕਦੇ ਹਾਂ ਕਿ ਨਹੀਂ, ਤੁਸੀਂ ਬੜਾ ਵਧੀਆ ਦੱਸਿਆ ਵੀ ਹਾਂ ਕੋਈ ਇਹਦੇ 'ਚ ਔਖੀ ਗੱਲ ਹੈ ਨਹੀਂ। ਇਸੇ ਤਰੀਕੇ ਜੇ ਅਸੀਂ ਆ ਬੀਜ ਜਿਹੜਾ ਤੁਸੀਂ ਆਨੇ ਆ ਵੀ ਤਸਦੀਕਸ਼ੁਦਾ ਬੀਜ ਆ ਜਾਂ ਸੁਧਰਿਆ ਬੀਜ ਆ, ਇਹ ਬਾਜ਼ਾਰੋਂ ਮਿਲਦਾ, ਇਸ ਤਰੀਕੇ ਨਾਲ ਮਿਲਦਾ, ਇੱਥੋਂ ਮਿਲਦਾ, ਤੇ ਜੇ ਅਸੀਂ ਚਾਹੀਏ ਵੀ ਆਪ ਪੈਦਾ ਕਰਨਾ ਹੋਵੇ, ਹੈ ਨਾ, ਤੇ ਕੀ ਅਸੀਂ ਇਹ ਬੀਜ ਆਪ ਪੈਦਾ ਕਰ ਸਕਦੇ ਹਾਂ? ਜੇ ਕਰ ਸਕਦੇ ਹਾਂ ਤੇ ਕੀ ਇਹਦਾ ਵਿਧੀ ਵਿਧਾਨ? ਦੇਖੋ, ਇਹ ਆਪਾਂ ਬਿਲਕੁਲ ਕਿਸਾਨ ਵੀਰ ਜਿਹੜੇ ਆਪ ਬੀਜ ਤਿਆਰ ਕਰ ਸਕਦੇ ਨੇ ਔਰ ਬਕਾਇਦਾ ਇਹਦਾ ਜਿਹੜਾ ਖੇਤ ਆ ਉਹ ਬਹੁਤ ਵਧੀਆ ਇੱਕ ਸਿਲੈਕਟ ਕਰ ਲਓ ਵੀ ਜੇ ਇਸ ਕਿਸਾਨ ਨੇ ਬੀਜ ਆਪਣੇ ਅਗਲੇ ਸਾਲ ਵਾਸਤੇ ਤਿਆਰ ਕਰਨਾ ਔਰ ਉਹ ਵੀ ਜਿਹੜਾ ਖੇਤ ਆ ਉਹਨੂੰ ਚੋਣ ਕਰਕੇ, ਜਿਹੜਾ ਖੇਤ ਬਹੁਤ ਵਧੀਆ ਔਰ ਉਹਦੀ ਚੋਣ ਕਰਕੇ ਚੰਗੀ ਤਰ੍ਹਾਂ ਉਹਦੀ ਵਹਾਈ ਕਰਕੇ ਔਰ ਉਹਨੂੰ ਬਕਾਇਦਾ ਵੇਖ ਲਏ ਵੀ ਉਸ ਮਤਲਬ ਉਸ ਫਸਲ ਦੇ ਜਾਂ ਦੂਜੇ ਕਨਾਲ ਬੰਟ ਜਾਂ ਕੋਈ ਪੀਲੀ ਕੁੰਗੀ ਦਾ ਕੋਈ ਹਮਲਾ ਤਾਂ ਨਹੀਂ ਹੋਇਆ ਜੀ, ਉਸ ਖੇਤ ਵਿੱਚ ਉਹਨੂੰ ਬੜੇ ਵਧੀਆ ਤਰੀਕੇ ਨਾਲ ਉਸ ਦੀ ਬਿਜਾਈ ਕਰਨੀ ਚਾਹੀਦੀ ਹੈ। ਔਰ ਕੋਸ਼ਿਸ਼ ਕਰੋ ਜੇਕਰ ਕਣਕ ਦਾ ਬੀਜ ਆਪਾਂ ਤਿਆਰ ਕਰਨਾ ਤੇ 3 ਮੀਟਰ ਘੱਟੋ ਘੱਟ ਆਸੇ-ਪਾਸੇ ਕਣਕ ਦੀ ਫਸਲ ਬੀਜੀ ਨਾ ਹੋਵੇ। ਸੋ ਚੰਗੇ ਖੇਤ ਵਿੱਚ ਬੀਜੋ। ਔਰ ਇਸ ਤੋਂ ਇਲਾਵਾ ਜੇ ਮੰਨ ਲਓ ਹੁਣ ਜਿਸ ਤਰ੍ਹਾਂ ਕਣਕ ਹੁਣ ਬੀਜੀ ਹੋਈ ਹੈ, ਇਹ ਵੀ ਦੇਖਣਾ ਚਾਹੀਦਾ ਵੀ ਉਹਦੇ ਵਿੱਚ ਕੋਈ ਹੋਰ ਕਿਸੇ ਕਿਸਮ ਦੀ ਕੋਈ ਬੂਟਾ ਤਾਂ ਨਹੀਂ ਹੈਗਾ ਜਾਂ ਕੋਈ ਨਦੀਨ ਤਾਂ ਨਹੀਂ ਹੈਗਾ, ਉਹ ਸਾਨੂੰ ਉਹ ਪੁੱਟ ਦੇਣੇ ਚਾਹੀਦੇ ਨੇ ਔਰ ਬਕਾਇਦਾ ਕਿਸੇ ਹੋਰ ਕਿਸਮ ਦਾ ਜਿਹੜਾ ਕੋਈ ਕਣਕ ਦਾ ਬੂਟਾ ਜਾਂ ਕੋਈ ਹੋਇਆ ਉਹਨੂੰ ਪੁੱਟ ਦੇਣਾ ਚਾਹੀਦਾ, ਤਾਂ ਕਿ ਜੇ ਕੋਈ ਦੇਖ ਲੈਣੀ ਚਾਹੀਦਾ ਕੋਈ ਬਿਮਾਰੀ ਤਾਂ ਨਹੀਂ ਹੈਗੀ, ਇਹ ਵੀ ਦੇਖ ਲੈਣੀ ਚਾਹੀਦੀ। ਬਿਲਕੁਲ ਬਿਲਕੁਲ। ਇੱਕ ਫੋਨ ਆਇਆ ਜੀ ਸਾਡੇ ਸੱਜਣਾ ਦਾ, ਇਹ ਸੁਣ ਲਈਏ ਡਾਕਟਰ ਸਾਹਿਬ। ਹੈਲੋ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੁਖਦੇਵ ਸਿੰਘ ਗਿੱਲ ਬੋਲਦਾ ਜੀ, ਪੰਜਾਬਾ ਪਿੰਡ ਤੋਂ। ਜੀ ਜੀ ਗਿੱਲ ਸਾਹਿਬ। ਹਾਂਜੀ, ਬੇਨਤੀ ਹੈ ਵੀ ਡਾਕਟਰ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਜੀ, ਕਿਸਾਨ ਵੀਰ ਦੀ ਕੀ ਕੋਸ਼ਿਸ਼ ਹੁੰਦੀ ਹੈ, ਕਈ ਵਾਰੀ ਅਸੀਂ ਨਾ ਔਖੇ ਹੋ ਕੇ ਜਾਂ ਮੰਨ ਲਓ ਵਧੀਆ ਕੁਆਲਿਟੀ ਦਾ ਬੀਜ ਖਰੀਦ ਲੈਂਦੇ ਆ ਜਾਂ ਕੋਈ ਜੇ ਬੂਟਾ ਵੀ ਖਰੀਦਣਾ ਤਾਂ ਅਸੀਂ ਵਧੀਆ ਤਰੀਕੇ ਦਾ ਖਰੀਦ ਲੈਂਦੇ ਆ ਜੀ, ਪਰ ਸਾਡੇ ਕਿਸਾਨ ਵੀਰਾਂ ਦੀ ਆਮ ਕੀ ਪ੍ਰੋਬਲਮ ਹੁੰਦੀ ਆ ਵੀ ਜਿਵੇਂ ਹੁਣ ਕਣਕ ਦਾ ਬੀਜ ਆ ਜਾਂ ਸਰੋਂ ਦਾ ਬੀਜ ਆ, ਇਹਦੇ ਸੁਧਰੇਪਨ ਨੂੰ ਬਰਕਰਾਰ ਰੱਖਣ ਵਾਸਤੇ ਅਸੀਂ ਘਰੋਂ ਬੀਜ ਪਾਉਣ ਦੀ ਕੋਸ਼ਿਸ਼ ਕਰਦੇ ਆ ਵੀ ਇੱਕ ਵਾਰ ਅਸੀਂ ਸੁਧਰਿਆ ਬੀਜ ਲਿਆ ਹੈ ਤੇ ਅਸੀਂ ਆਪਣਾ ਘਰੋਂ ਹੀ ਬੀਜ ਪਾ ਲਈਏ। ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਚਾਹੁੰਦਾ, ਜਦੋਂ ਅਸੀਂ ਘਰੋਂ ਆਪਣੇ ਸੁਧਰੇ ਬੀਜ ਦਾ ਬੀਜ ਦੂਜੀ ਵਾਰੀ ਜਾਂ ਤੀਜੀ ਵਾਰੀ ਵਰਤਦੇ ਆ, ਉਹਦੇ ਪਰ ਸੁਧਰਾਪਨ ਰੱਖਣ ਵਾਸਤੇ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਆਇਆ ਉਹ ਸੁਧਰਾਪਨ ਉਹਦੇ ਵਿੱਚ ਮੌਜੂਦ ਹੋਏਗਾ ਜਾਂ ਆਈ ਵਾਰੀ ਸਾਨੂੰ ਨਵਾਂ ਲੈਣਾ ਪਵੇਗਾ? ਧੰਨਵਾਦ, ਮਿਹਰਬਾਨੀ ਜੀ। ਜੀ ਡਾਕਟਰ ਜੀ ਡਾਕਟਰ। ਦੇਖੋ ਜੀ, ਜੇਕਰ ਆਪਾਂ ਮੰਨ ਲਓ ਕਣਕ ਦਾ ਬੀਜ ਤਿਆਰ ਕਰਨਾ ਔਰ ਉਹ ਜੇ ਸਰਟੀਫਾਈ ਆਪਾਂ ਪਿਛਲੇ ਸਾਲ ਲਿਆ ਔਰ ਉਸ ਬੀਜ ਨੂੰ ਬੜੇ ਵਧੀਆ ਚੰਗੇ, ਮੈਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਵੀ ਚੰਗੇ ਖੇਤ 'ਚ ਉਸ ਦੀ ਬਿਜਾਈ ਕਰੋ ਔਰ ਬਕਾਇਦਾ ਲਾਗੇ ਜਿਹੜਾ 3 ਮੀਟਰ ਦੇ ਕਣਕ ਜਿਹੜੀ ਉਹ ਫਸਲ ਨਹੀਂ ਬੀਜੀ ਹੋਣੀ ਚਾਹੀਦੀ ਔਰ ਜਿਹੜਾ ਬੀਜ ਆ ਉਹ ਪਿਛਲੇ ਸਾਲ ਜਿਹੜਾ ਆਪਾਂ ਇਸ ਸਾਲ ਮਤਲਬ ਆਪਾਂ ਅਗਲੇ ਸਾਲ ਵਾਸਤੇ ਰੱਖਣਾ ਔਰ ਬਕਾਇਦਾ ਉਹਦੇ 'ਚ ਇਹ ਦੇਖਣਾ ਮੋਇਸਚਰ ਜਿਹੜੀ ਹੈ ਉਹ 9% ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਔਰ ਕਿਤੇ ਚੰਗੇ ਵਧੀਆ ਥਾਂ ਤੇ ਸਾਨੂੰ ਸਟੋਰ ਕਰਨਾ ਚਾਹੀਦਾ। ਸੋ ਇਹ ਸਾਡੇ ਇੱਕ ਦੂਜੇ ਤਕਨੀਕੀ ਪੱਖ ਜਿਹੜੇ ਨੇ ਸਾਨੂੰ ਇਹ ਵੀ ਦੇਖਣਾ ਚਾਹੀਦਾ ਵੀ ਬਕਾਇਦਾ ਜਿਹੜਾ ਉਹਦੇ 'ਚ ਕੋਈ ਜਿਹੜੇ ਦੂਸਰੇ ਕਿਸੇ ਫਸਲ ਦੇ ਜਾਂ ਕੋਈ ਹੋਰ ਕਿਸੇ ਵੈਰਾਈਟੀ ਦੇ ਬੂਟੇ ਨੇ ਉਹਨੂੰ ਸਾਨੂੰ ਪੁੱਟ ਕੇ ਸੁੱਟ ਦੇਣਾ ਚਾਹੀਦਾ ਜਾਂ ਨਸ਼ਟ ਕਰ ਦੇਣਾ ਚਾਹੀਦਾ ਔਰ ਬਕਾਇਦਾ ਇਹ ਵੀ ਦੇਖਣਾ ਚਾਹੀਦਾ ਵੀ ਉਸ ਖੇਤ ਦੇ ਵਿੱਚ ਕੋਈ ਬਿਮਾਰੀ ਤਾਂ ਨਹੀਂ ਲੱਗੀ, ਉਹ ਵੀ ਸਾਨੂੰ ਜ਼ਰੂਰ ਇਹ ਪੱਖਾਂ 'ਤੇ ਧਿਆਨ ਰੱਖਣਾ ਚਾਹੀਦਾ। ਅੱਛਾ ਡਾਕਟਰ ਸਾਹਿਬ, ਜਿਹੜੀ ਹੁਣ ਬੜੀ ਵਧੀਆ ਫੋਨ ਤੇ ਸਵਾਲ ਬੜਾ ਵਧੀਆ ਕੀਤਾ ਸੀਗਾ, ਜੀ, ਉਹਦੇ ਨਾਲ ਹੀ ਮੈਂ ਜੋੜਾਂ ਕਿ ਜੇ ਹੁਣ ਸਾਡੀ ਫਸਲ ਬੀਜੀ ਹੈ ਕਣਕ, ਤੁਸੀਂ ਕਣਕ ਦਾ ਜ਼ਿਕਰ ਵੀ ਕੀਤਾ ਹੈ ਔਰ 3 ਮੀਟਰ ਦਾ ਜ਼ਿਕਰ ਵੀ ਕੀਤਾ ਹੈ, ਇਹ ਤੇ ਆਪਾਂ ਸ਼ੁਰੂਆਤ ਦੌਰ ਵੇਲੇ ਜੇ ਹੁਣ ਆਪਾਂ ਖੁੰਝ ਗਏ ਆ, ਜੇ ਸਾਡਾ ਖੇਤ ਕੋਈ ਵਧੀਆ ਹੈ ਤੇ ਕੀ ਅਸੀਂ ਉਸ ਖੇਤ ਦਾ ਬੀ ਰੱਖਣ ਵਾਸਤੇ ਕੋਸ਼ਿਸ਼ ਕਰੀਏ? ਜੇ ਕਰੀਏ ਕਿਸ ਢੰਗ ਨਾਲ ਕੀਤੀ ਜਾ ਸਕਦੀ ਹੈ? ਬਿਲਕੁਲ ਜੀ, ਆਪਾਂ ਉਸ ਖੇਤ ਦੀ ਜੇਕਰ ਆਪਾਂ ਮੰਨ ਲਓ ਹੁਣ ਆਪਾਂ ਖੁੰਝ ਗਏ ਆ ਤੇ ਹੁਣ ਇਸ ਵੇਲੇ ਆਪਾਂ ਉਹ ਦੇਖ ਲਈ ਵੀ ਉਸ ਖੇਤ ਦੇ ਵਿੱਚ ਕੋਈ ਦੂਸਰੇ ਕਿਸਮ ਦੇ ਬੂਟੇ ਤਾਂ ਨਹੀਂ ਹੈਗੇ, ਉਹ ਸਾਨੂੰ ਪੁੱਟ ਕੇ ਸੁੱਟ ਦੇਣੇ ਗੇੜਾ ਮਾਰ ਲਈਏ, ਰਲਾਤ ਹੀ ਨਹੀਂ ਹੈਗਾ। ਫਿਰ ਉਹਦੇ ਵਿੱਚ ਇਹ ਦੇਖ ਲੈਣਾ ਚਾਹੀਦਾ ਕੋਈ ਤੇਲਾ ਵਗੈਰਾ ਜਾਂ ਕੋਈ ਪੀਲੀ ਕੁੰਗੀ ਜਾਂ ਕੋਈ ਹੋਰ ਤਾਂ ਨਹੀਂ ਹਮਲਾ ਹੋਇਆ। ਜੀ। ਉਸ ਤੋਂ ਇਲਾਵਾ ਜਦੋਂ ਹੁਣ ਆਪਾਂ ਹਾਰਵੈਸਟਿੰਗ ਕਰਨੀ ਹੈ, ਕਟਾਈ ਕਰਨੀ ਹੈ, ਸਾਨੂੰ ਇਹ ਦੇਖਣਾ ਚਾਹੀਦਾ ਉਹਦੀ ਮੋਇਸਚਰ ਜਿਹੜੀ ਹੈ 9% ਤੋਂ ਜ਼ਿਆਦਾ ਨਾ ਹੋਵੇ ਔਰ ਬਕਾਇਦਾ ਜਿੱਥੇ ਉਹਨੂੰ ਵੱਖਰਾ ਝਾੜੀਏ। ਹਾਂਜੀ, ਹਾਂ, ਉਹ ਬਿਲਕੁਲ ਉਹਨੂੰ ਉਸ ਬੀਜ ਨੂੰ ਉਸ ਖੇਤ ਦੇ ਜਿਹੜੀ ਆ ਉਹ ਖੇਤ ਨੂੰ ਆਪਾਂ ਕਣਕ ਨੂੰ ਉਹ ਜਿਹੜਾ ਬੀਜ ਨੂੰ ਵੱਖਰਾ ਤੌਰ ਤੇ ਅਸੀਂ ਉਹਦੀ ਕਟਾਈ ਮਤਲਬ ਗਹਾਈ ਕਰਨੀ ਹੈ ਤਾਂ ਕਿ ਉਹਦਾ ਬੀਜ ਜਿਹੜਾ ਨਾਲ ਕਿਸੇ ਦੂਸਰੀ ਕਿਸਮ ਨਾਲ ਰਲੇ ਨਾ। ਹਾਂ, ਬਿਲਕੁਲ ਬਿਲਕੁਲ, ਬਹੁਤ ਵਧੀਆ ਗੱਲ ਹੈ ਜੀ ਇਹ ਸਾਰੀਆਂ। ਅੱਛਾ ਡਾਕਟਰ ਸਾਹਿਬ, ਗੱਲ ਇਹ ਆ ਵੀ ਅਸੀਂ ਆਮ ਤੌਰ ਤੇ ਜਿਹੜੇ ਦਾਣੇ ਸਾਂਭਦੇ ਆ ਆਪਾਂ ਘਰਾਂ ਦੇ ਵਿੱਚ, ਹੈ ਨਾ, ਵਰਤੋਂ ਲਈ, ਉਹ ਢੋਲਾਂ 'ਚ ਪਾ ਲੈਂਦੇ ਆ ਜਾਂ ਹੋਰ ਸਾਡੇ ਕੋਲ ਕਈ ਤਰੀਕੇ ਆ, ਵਿੱਚ ਦਵਾਈ ਵੀ ਪਾ ਲੈਂਦੇ ਆ, ਹੈ ਨਾ। ਤੇ ਜੇ ਅਸੀਂ ਬੀਜ ਸਾਂਭਣਾ ਆ, ਜਿਵੇਂ ਤੁਸੀਂ ਥੋੜੀ ਜਿਹੀ ਗੱਲ ਕੀਤੀ ਹੋਈ ਆ, ਇਹ ਸਟੋਰ ਕਰਨਾ ਹੀ ਆ, ਇਹਦੇ ਲਈ ਵੀ ਸਾਨੂੰ ਕੋਈ ਖਾਸ ਨੁਕਤੇ ਅਪਣਾਉਣੇ ਪੈਂਦੇ ਆ? ਬਿਲਕੁਲ ਜੀ, ਜਦੋਂ ਆਪਾਂ ਮੰਨ ਲਓ ਇਹਦੀ ਕਟਾਈ ਕਰ ਲਈ ਉਸ ਤੋਂ ਬਾਅਦ ਬੀਜ ਨੂੰ ਜਦੋਂ ਚੰਗੀ ਤਰ੍ਹਾਂ ਸੁਕਾ ਲਓ, ਇਹ ਦੇਖ ਲਈਏ ਵੀ ਉਹਦੇ ਵਿੱਚ ਮੋਇਸਚਰ ਦਾ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ,
ਉਸ ਤੋਂ ਬਾਅਦ ਜੇਕਰ ਆਪਾਂ ਜਿਸ ਥਾਂ ਤੇ ਸਟੋਰ ਕਰਨਾ ਉਹਦੀ ਇੱਕ ਤਕਰੀਬਨ ਘੱਟੋ ਘੱਟ ਜੇ 100 ਘਣ ਮੀਟਰ ਹੈਗਾ ਤੇ ਉਹਦੇ ਵਿੱਚ 100 ml ਜਿਹੜੀ ਮੈਲਾਥੋਨ ਦਵਾਈ ਹੈ 10 ਲੀਟਰ ਪਾਣੀ ਦੇ ਵਿੱਚ ਉਹ ਸਪਰੇਅ ਕਰ ਲੈਣੀ ਹੈ। ਜੇਕਰ ਆਪਾਂ ਮੰਨ ਲਓ ਇਹ ਦਵਾਈ ਸਪਰੇਅ ਨਹੀਂ ਕਰਨੀ ਤੇ ਤਕਰੀਬਨ ਅਸੀਂ 25 ਗੋਲੀਆਂ ਜਿਹੜੀਆਂ ਨੇ ਉਸ ਸੈਲਫਸ ਦੀਆਂ ਜਿਹੜੀਆਂ ਨੇ ਉਸ ਏਰੀਏ ਦੇ ਵਿੱਚ ਆਪਾਂ ਰੱਖ ਕੇ ਉਸ ਕਣਕ ਮਤਲਬ ਕਣਕ ਦਾ ਬੀਜ ਜਿਹੜਾ ਉਹ ਅਸੀਂ ਸਟੋਰ ਕਰ ਸਕਦੇ ਹਾਂ। ਪਹਿਲਾਂ ਸੋਧ ਲਓ ਜਿੱਥੇ ਰੱਖਣਾ, ਪਹਿਲਾਂ ਸੋਧਣਾ, ਕਿਉਂਕਿ ਕੀੜੇ ਮਕੌੜੇ ਵੀ ਡਾਕਟਰ ਸਾਹਿਬ ਆ ਸਕਦੇ ਆਉਂਦੇ ਆ। ਅੱਛਾ ਡਾਕਟਰ ਸਾਹਿਬ, ਇੱਕ ਤੇ ਹੋ ਗਿਆ ਨਾ ਜਿਵੇਂ ਤੁਸੀਂ ਦੱਸਿਆ ਵੀ ਅਸੀਂ ਆਪ ਆਪਣਾ ਬੀਜ ਤਿਆਰ ਕਰ ਸਕਦੇ ਜੀ ਹੈ ਨਾ, ਤੇ ਮੰਨ ਲਓ ਵੀ ਗੁਲਾਟੀ ਸਾਹਿਬ ਨੇ ਆਪਣਾ ਬੀਜ ਤਿਆਰ ਕੀਤਾ, ਮੈਨੂੰ ਲੋੜ ਆ ਹੈ ਨਾ, ਤੇ ਇਹ ਮੈਂ ਇਹਨਾਂ ਤੋਂ ਬੀਜ ਲੈਣਾ ਆ, ਤੇ ਸਾਨੂੰ ਕੋਈ ਇਹੋ ਜਿਹੇ ਨੁਕਤੇ ਜਾਂ ਕਿਧਰੇ ਮਹਿਕਮੇ ਕੋਲ ਜਾਣਾ ਪਏਗਾ ਬੀ ਮਤਲਬ ਵੇਚਣ ਵਾਸਤੇ ਵੀ ਆ ਅਸੀਂ ਬੀ ਤਿਆਰ ਕੀਤਾ ਆ, ਕੋਈ ਉਹਨਾਂ ਕੋਲ ਤਸਦੀਕ ਕਰਾਉਣ ਲਈ? ਦੇਖੋ ਜੇ ਆਪਾਂ ਮੰਨ ਲਓ ਕਿਸਾਨ ਨੇ ਕਿਸੇ ਕਿਸਾਨ ਕੋਲ ਲੈਣਾ, ਉਹ ਆਪਸ ਵਿੱਚ ਉਹਨਾਂ ਦਾ ਇੱਕ ਤੇ ਵਿਸ਼ਵਾਸ ਬਣਾਉਣਾ ਪਏਗਾ ਸਾਨੂੰ ਜੀ ਵੀ ਇਸ ਮੇਰੇ ਕਿਸਾਨ ਦੇ ਨਾਲ ਦੇ ਕਿਸਾਨ ਨੇ ਬੀਜ ਜਿਹੜਾ ਲਿਆ ਹੈ ਕਿਸੇ ਭਰੋਸੇਮੰਦ ਜਿਹੜਾ ਸੋਰਸ ਤੋਂ ਲਿਆ। ਜੇ ਮੰਨ ਲਓ ਯੂਨੀਵਰਸਿਟੀ ਤੋਂ ਲਿਆ ਬਕਾਇਦਾ ਉਹਨੂੰ ਪਤਾ ਹੁੰਦਾ, ਔਰ ਜੇ ਉਹ ਉਹਦੇ ਕੋਲ ਭਰੋਸੇਮੰਦ ਅਦਾਰੇ ਤੋਂ ਲਿਆ ਤੇ ਉਹ ਬੀਜ ਉਹਦੇ ਕੋਲ ਲੈ ਸਕਦਾ। ਦੂਸਰਾ ਤਰੀਕਾ ਇਹ ਹੈ ਵੀ ਜੇ ਆਪਾਂ ਬੀਜ ਨੂੰ ਪੈਦਾ ਕਰਕੇ ਆਪਾਂ ਵੱਡੇ ਪੱਧਰ ਤੇ ਆਪਣੇ ਬਿਜ਼ਨਸ ਵਾਸਤੇ ਤੌਰ ਤੇ ਵਰਤਣਾ, ਮਤਲਬ ਆਪਾਂ ਵੇਚਣਾ, ਵਪਾਰ ਕਰਨਾ, ਫਿਰ ਇਹਨੂੰ ਸਾਨੂੰ ਕੀ ਕਰਨਾ ਚਾਹੀਦਾ, ਕਿਸੇ ਭਰੋਸੇਮੰਦ ਜਿਸ ਤਰ੍ਹਾਂ ਇਹਦੀਆਂ ਬਹੁਤ ਸਾਰੀਆਂ ਕਿਸਮਾਂ, ਬਰੀਡਰ ਸੀਡ ਹੋ ਗਿਆ, ਫਿਰ ਫਾਊਂਡੇਸ਼ਨ ਸੀਡ ਹੁੰਦਾ, ਫਿਰ ਅਗਾਂਹ ਰਜਿਸਟਰਡ ਸੀਡ ਹੁੰਦਾ, ਫਿਰ ਸਰਟੀਫਾਈਡ ਸੀਡ ਹੁੰਦਾ। ਸਾਨੂੰ ਕਿਸੇ ਅਦਾਰੇ ਤੋਂ ਜਿਹੜੇ ਸਰਕਾਰੀ ਅਦਾਰੇ ਨੇ ਉਹਨਾਂ ਕੋਲੋਂ ਸਾਨੂੰ ਇਹ ਜਿਹੜਾ ਜੇ ਫਾਊਂਡੇਸ਼ਨ ਸੀਡ ਲੈਣਾ ਔਰ ਬਕਾਇਦਾ ਜਾ ਕੇ ਉੱਥੋਂ ਸਾਨੂੰ ਉਹਨਾਂ ਭਰੋਸੇਮੰਦ ਜਿਹੜੇ ਸਰਕਾਰੀ ਅਦਾਰੇ ਉੱਥੋਂ ਲੈਣਾ ਚਾਹੀਦਾ, ਔਰ ਉਹ ਬੀਜ ਲੈ ਕੇ ਔਰ ਬਕਾਇਦਾ ਸਾਡੀ ਸਰਟੀਫਾਈਡ ਏਜੰਸੀ ਹੈ ਉੱਥੇ ਰਜਿਸਟਰਡ ਹੋਣਾ, ਔਰ ਜਿਹੜੀ ਰਜਿਸਟਰਡ ਹੋਣ ਤੋਂ ਬਾਅਦ ਵੀ ਮੈਂ ਇੰਨਾ ਬੀਜ ਜਿਹੜਾ ਹੈ ਇੰਨੇ ਖੇਤ ਵਾਸਤੇ ਲਿਆ ਹੈ ਔਰ ਮੈਂ ਬੀਜ ਤਿਆਰ ਕਰਨਾ, ਔਰ ਉਹ ਬੀਜ ਜਿਹੜਾ ਫਿਰ ਬਕਾਇਦਾ ਸਾਡੀ ਜਿਹੜੀ ਏਜੰਸੀ ਹੈ ਉਹ ਟਾਈਮ ਟੂ ਟਾਈਮ ਜਿਹੜੀ ਹੈ ਉਹ ਵਿਜ਼ਿਟ ਕਰਦੀ ਹੈ ਔਰ ਉਹ ਜਾ ਕੇ ਦੇਖਦੀ ਹੈ ਕਿ ਇਹ ਬੀਜ ਜਿਹੜਾ ਬਕਾਇਦਾ ਮਿਆਰਾਂ ਦੇ ਮੁਤਾਬਕ ਹੈ, ਔਰ ਮਿਆਰ ਚੈੱਕ ਕਰਨ ਤੋਂ ਬਾਅਦ ਫਿਰ ਉਹ ਗ੍ਰੇਡਿੰਗ ਹੁੰਦੀ ਉਹਦੀ, ਉਸ ਬੀਜ ਦੀ ਗ੍ਰੇਡਿੰਗ ਤੋਂ ਬਾਅਦ ਉਹ ਬੀਜ ਜਿਹੜਾ ਬਕਾਇਦਾ ਉਹ ਸੈਂਪਲਿੰਗ ਹੁੰਦੀ ਉਹਦੀ, ਸੈਂਪਲਿੰਗ ਤੋਂ ਬਾਅਦ ਉਹ ਜਾਂਦਾ, ਉਹ ਜਦੋਂ ਦੇਖਦਾ ਵੀ ਇਹ ਟੈਸਟ ਰਿਪੋਰਟ ਦੇ ਵਿੱਚ ਪਾਸ ਹੋ ਜਾਂਦਾ, ਫਿਰ ਉਹ ਜਿਹੜੀ ਸਰਟੀਫਾਈਡ ਏਜੰਸੀ ਹੈ ਉਹ ਉਹਨੂੰ ਪੈਕ ਕਰਦੀ ਹੈ। ਉਸ ਤੋਂ ਬਾਅਦ ਫਿਰ ਉਹ ਆਪਣਾ ਮੋਹਰ ਲਾ ਕੇ ਟੈਗ ਕਰਦੀ ਹੈ ਵੀ ਇਹ ਜਿਹੜਾ ਇਹ ਸਰਟੀਫਾਈਡ ਬੀਜ ਹੈ, ਔਰ ਬਕਾਇਦਾ ਜਿੰਨਾ ਉਹ ਪਹਿਲਾਂ ਦੱਸੇਗਾ ਵੀ ਉਹ ਕਿਸਾਨ ਦੱਸੇਗਾ ਵੀ ਮੈਂ ਆਹ ਬੀਜ ਇੰਨਾ ਲਿਆ ਸੀ, ਮੇਰੀ ਇੰਨੀ ਪੈਦਾਵਾਰ ਬੀਜ ਦੀ ਹੋਈ ਹੈ, ਔਰ ਉਹਨਾਂ ਬੀਜ ਹੀ ਉਹ ਬਕਾਇਦਾ ਗ੍ਰੇਡਿੰਗ ਤੋਂ ਬਾਅਦ ਪੈਕ ਹੋਏਗਾ। ਇਹ ਨਹੀਂ ਵੀ ਜੇ ਬੀਜ ਮੰਨ ਲਓ ਉਹਨੇ 10 ਏਕੜ ਦਾ ਲਿਆ ਤੇ 10 ਏਕੜ ਦੀ ਉਹਨੇ ਐਸਟੀਮੇਟ ਕੀਤਾ ਵੀ ਸਾਡਾ 500 ਕੁਇੰਟਲ ਦਾ ਹੋਇਆ ਤੇ ਉਹ 1000 ਕੁਇੰਟਲ ਦਾ ਪੈਕ ਕਰ ਦੇਗਾ। ਜਿੰਨਾ ਤੁਸੀਂ ਉਹਨੂੰ ਨਿਰਧਾਰਿਤ ਕੀਤਾ ਉਹਨਾਂ ਵੀ ਹੋਣਾ ਚਾਹੀਦਾ। ਡਾਕਟਰ ਸਾਹਿਬ ਇੱਕ ਜ਼ਿਹਨ 'ਚ ਮੇਰੇ ਹੋਰ ਸਵਾਲ ਆਇਆ ਕਿ ਜੇ ਇੱਕ ਕਿਸਾਨ ਜਿਸ ਮਿੱਠਾ ਸਿੰਘ ਜੀ ਕਹਿੰਦੇ ਨੇ ਕਿ ਮੈਂ ਪ੍ਰੋਡਿਊਸਰ ਬਣਨਾ ਚਾਹੁੰਦਾ, ਬੀਜ ਦੀ ਪੈਦਾਵਾਰ ਮੈਂ ਕਰਨਾ ਚਾਹੁੰਦਾ, ਇਹ ਤੇ ਹੋ ਗਿਆ ਜੀ ਲਾਇਸੈਂਸੀ ਵੀ ਆਪਾਂ ਨੂੰ ਲਾਇਸੈਂਸ ਮਿਲੂਗਾ, ਫਿਰ ਸਰਟੀਫਾਈਡ ਏਜੰਸੀ ਵੀ ਆਪਣੇ ਕੋਲ ਆਏਗੀ ਜੀ। ਤਕਨੀਕੀ ਲੋੜਾਂ ਵੀ ਕੁਝ ਹੋਣਗੀਆਂ, ਮੁੱਢਲੀਆਂ ਲੋੜਾਂ ਕਿ ਉਹਦੀ ਕੋਈ ਜ਼ਮੀਨ ਚੰਗੀ ਹੋਣੀ ਚਾਹੀਦੀ ਹੈ, ਕਿੰਨੀ ਜ਼ਮੀਨ ਦਾ ਮਾਲਕ ਹੋਣਾ ਚਾਹੀਦਾ ਹੈ, ਦੇਖੋ ਇਨੋਵੇਟਿਵ ਕਿਸਾਨ ਵੀ ਹੋਣਾ ਚਾਹੀਦਾ ਹੈ, ਸਿਖਲਾਈ ਵੀ ਤੁਸੀਂ ਸ਼ਾਇਦ ਦਿੰਦੇ ਹੋਵੋ। ਸੋ ਇਹ ਸਾਰੀਆਂ ਲੋੜਾਂ ਦੀ ਵੀ ਸਾਡੇ ਨਾਲ ਵਜ਼ਾਹਤ ਕਰੋ ਵੀ ਕਿਹੜੀਆਂ ਜ਼ਰੂਰਤਾਂ ਹੈਗੀਆਂ, ਤਾਂ ਕਿ ਜੇ ਮੈਂ ਚਾਹਾਂ ਮੈਂ ਸੀਡ ਪ੍ਰੋਡਿਊਸਰ ਬਣਨਾ ਹੈ ਤੇ ਮੇਰੀਆਂ ਕਿਹੜੀਆਂ ਲੋੜਾਂ, ਮੁੱਢਲੀਆਂ ਲੋੜਾਂ ਕਿਹੜੀਆਂ ਹੈਗੀਆਂ ਮੇਰੀਆਂ? ਦੇਖੋ ਜ਼ਰੂਰੀ ਨਹੀਂ ਵੀ ਸੀਡ ਪ੍ਰੋਡਿਊਸਰ ਜਿਹੜਾ ਕੋਈ ਹੈਗਾ ਉਹਦੇ ਕੋਲ ਜ਼ਮੀਨ ਹੋਣੀ ਚਾਹੀਦੀ ਹੈ ਜੀ, ਬਕਾਇਦਾ ਉਹਨੇ ਜਦੋਂ ਆਪਾਂ ਇਹਦੇ ਵਾਸਤੇ ਸਾਨੂੰ ਲਾਇਸੈਂਸ ਲੈਣਾ ਪਏਗਾ। ਅੱਛਾ, ਸੀਡ ਪ੍ਰੋਡਿਊਸਰ ਬਣਨ ਵਾਸਤੇ ਜਦੋਂ ਉਹ ਲਾਇਸੈਂਸ ਲੈ ਲਿਆ ਔਰ ਬਕਾਇਦਾ ਉਹ ਲਾਇਸੈਂਸ ਤੋਂ ਬਾਅਦ ਮੰਨ ਲਓ ਉਹਨੇ ਕਿਸੇ ਠੇਕੇ ਤੇ ਲੈ ਕੇ ਜਾਂ ਉਹ ਕੁਛ ਰਜਿਸਟਰਡ ਉਹ ਫਾਰਮਰ ਜਿਹੜੀ ਆਪਣੀ ਲਿਸਟ ਦੇਗਾ ਵੀ ਮੈਂ ਇੰਨਾ ਕਿਸਾਨਾਂ ਦੇ ਕੋਲੋਂ ਬੀਜ ਜਿਹੜਾ ਪੈਦਾ ਕਰਨਾ ਔਰ ਮੇਰਾ ਇੰਨਾ ਬੀਜ ਆ, ਔਰ ਉਹ ਜਿਹੜੇ ਕਿਸਾਨ ਨੇ ਉਹ ਜਾ ਕੇ ਸਰਟੀਫਾਈਡ ਉਹ ਜਿਹੜਾ ਪ੍ਰੋਡਿਊਸਰ ਆ ਉਹ ਲੈ ਕੇ ਜਾਏਗਾ ਉੱਥੇ ਆਪਣੇ ਸਰਟੀਫਾਈਡ ਏਜੰਸੀ ਕੋ ਔਰ ਲਿਸਟ ਜਿਹੜੀ ਉਹ ਸਬਮਿਟ ਕਰੇਗਾ ਜੀ, ਔਰ ਬਕਾਇਦਾ ਜਾ ਕੇ ਰਜਿਸਟਰਡ ਤੋਂ ਬਾਅਦ ਉਹ ਫਿਰ ਫੀਸ ਜਿਹੜੀ ਹੈ ਨਿਰਧਾਰਤ ਤੋਂ ਜਮ੍ਹਾਂ ਹੋਣ ਤੋਂ ਬਾਅਦ ਉਹ ਜਿਹੜੀ ਏਜੰਸੀ ਦੇ ਜਿਹੜੇ ਨੁਮਾਇੰਦੇ ਨੇ ਉਹ ਜਾ ਕੇ ਚੈੱਕ ਕਰਨਗੇ, ਔਰ ਉਹ ਜਿਹੜਾ ਸੀਡ ਪ੍ਰੋਡਿਊਸ ਹੋਏਗਾ ਉਹ ਜਾ ਕੇ ਫਿਰ ਉਹ ਸਰਟੀਫਾਈ ਹੋਣ ਤੋਂ ਬਾਅਦ ਉਹ ਸੀਡ ਪ੍ਰੋਡਿਊਸਰ ਬਣੇਗਾ ਔਰ ਉਹ ਵੇਚ ਸਕਦਾ, ਫਿਰ ਵੇਚ ਸਕਦਾ। ਬਿਲਕੁਲ, ਮਤਲਬ ਕੋਈ ਵਿੱਚ ਅੜਚਣਾ ਇੰਨੀਆਂ ਆਉਂਦੀਆਂ ਨਹੀਂ, ਕੋਈ ਅੜਚਣਾ ਹੈ ਨਹੀਂ, ਕੰਮ ਸਹੀ ਹੋਣਾ ਚਾਹੀਦਾ, ਕੰਮ ਸਹੀ ਹੋਣਾ ਚਾਹੀਦਾ। ਬਕਾਇਦਾ ਲਾਇਸੈਂਸ ਲੈਣ ਤੋਂ ਬਾਅਦ ਉਹ ਜਿੱਥੇ ਦੱਸੇਗਾ ਉਹਨੇ ਕੋਈ ਜਿੱਥੇ ਪਲਾਂਟ ਲਾਇਆ ਗ੍ਰੇਡਿੰਗ ਦਾ, ਪੈਕੇਜਿੰਗ ਦਾ, ਬਕਾਇਦਾ ਉਹ ਉਹਨੂੰ ਸ਼ੋਅ ਕਰਨਾ ਪਏਗਾ। ਜ਼ਰੂਰੀ ਨਹੀਂ ਵੀ ਉਹਦੀ ਕੋਈ ਜ਼ਮੀਨ ਹੋਵੇ। ਔਰ ਮੈਂ ਸਮਝਦਾ ਮਿੱਠਾ ਸਿੰਘ ਜੀ ਕਿ ਸਾਡੇ ਸੂਬੇ ਦੇ ਵਿੱਚ ਇੰਨੀਆਂ ਸੰਭਾਵਨਾਵਾਂ ਨੇ ਜੀ, ਜਿਸ ਤਰ੍ਹਾਂ ਗੱਲ ਡਾਕਟਰ ਸਾਹਿਬ ਨੇ ਕੀਤੀ ਹੈ,
ਤੇ ਮੈਂ ਕਿਹਾ ਪੰਜਾਬ ਦਾ ਤਾਂ ਨਾਂ ਬੜਾ ਖੇਤੀ ਦੇ ਵਿੱਚ। ਬਿਲਕੁਲ, ਜੇ ਅਸੀਂ ਇੱਥੇ ਬੀਜ ਦਾ ਪੈਦਾਵਾਰ ਕਰਨ ਦਾ ਸਾਡੇ ਕਿਸਾਨ ਤਹਈਆ ਕਰ ਲੈਣ ਤੇ ਬਾਹਰਲੇ ਸੂਬਿਆਂ ਨੂੰ ਵੀ ਬੀਜ ਭੇਜ ਸਕਣੇ। ਬਿਲਕੁਲ, ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗਾ, ਜਿੱਦਾਂ ਆਪਣਾ ਜਲੰਧਰ ਦਾ ਆਪਾਂ ਗੱਲ ਕਰ ਲਈਏ ਜੀ, ਜਲੰਧਰ ਦੇਖੋ ਹੱਬ ਆਪਣੀ ਪੋਟੈਟੋ ਦੀ ਸੀਡ ਵਾਸਤੇ ਆ, ਕਿੰਨੀ ਮਸ਼ਹੂਰ ਹੈ ਬਹੁਤ ਭਾਰਤ ਦੇ ਵਿੱਚ, ਆਲੇ ਦੁਆਲੇ ਵੀ ਹੈ ਜੀ, ਬੜਾ ਤਾਂ ਦੂਰ ਤੱਕ ਔਰ ਬੀਜ ਜਾਂਦਾ। ਜੇਕਰ ਆਪਾਂ ਗੱਲ ਕਰੀਏ ਕਣਕ ਦੀ ਬੀਜ ਦੀ, ਤੇ ਅਸੀਂ ਸਾਡਾ ਪੰਜਾਬ ਦੇ ਵਿੱਚ ਬੜੀਆਂ ਸੰਭਾਵਨਾਵਾਂ ਨੇ ਕਿਸਾਨਾਂ ਨੂੰ ਇਹ ਬੜੀਆਂ ਮਿਆਰੀ ਬੀਜ ਪੈਦਾ ਕਰਨ, ਤੇ ਇਹ ਸਾਡੇ ਆਲ ਓਵਰ ਪੰਜਾਬ ਦੇ ਇੰਡੀਆ ਦੇ ਵਿੱਚ ਵੀ ਆਪਾਂ ਵਿਕਰੀ ਇਹਦੀ ਹੋ ਸਕਦੀ ਹੈ। ਅੱਛਾ, ਤੁਸੀਂ ਬਾਰ-ਬਾਰ ਜ਼ਿਕਰ ਕੀਤਾ ਏਜੰਸੀਆਂ ਦਾ, ਹੈ ਨਾ, ਇਹਨਾਂ ਏਜੰਸੀਆਂ ਤੱਕ ਜਾਣ ਲਈ, ਪਹੁੰਚਣ ਲਈ ਕਈ ਵਾਰੀ ਹੁੰਦਾ ਵੀ ਮੇਰੇ ਵਰਗੇ ਮਾਝੜ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਿੱਥੇ ਆ। ਉਹਦੇ ਵਾਸਤੇ ਅਸੀਂ ਕੀ ਤੁਹਾਡੇ ਨਾਲ ਰਾਬਤਾ ਕਾਇਮ ਕਰੀਏ, ਤੁਹਾਡੇ ਮਹਿਕਮੇ ਨਾਲ, ਜਾਂ ਸਾਨੂੰ ਕਿਵੇਂ ਪਤਾ ਲੱਗ ਸਕਦਾ? ਤੇ ਇਹ ਜਦੋਂ ਕੋਈ ਵੀ ਕਿਸਾਨ, ਅਸੀਂ ਤੇ ਆਪਣੇ ਕੈਂਪਾਂ ਵਿੱਚ ਵੀ ਕਹਿੰਦੇ ਆ ਵੀ ਵੱਖ-ਵੱਖ ਤੁਸੀਂ ਆਪਣੇ ਜੇ ਸਹਾਇਕ ਧੰਦੇ ਬਣਾਉਣੇ ਨੇ, ਤੇ ਸੀਡ ਪ੍ਰੋਡਿਊਸਰ ਵੀ ਬਣ ਸਕਦੇ ਹੋ, ਤੁਸੀਂ ਇਹਦੇ ਲਾਇਸੈਂਸ ਲੈ ਕੇ ਆਪਣਾ ਦਵਾਈ ਇਨਪੁਟਸ ਡੀਲਰ ਵੀ ਬਣ ਸਕਦੇ ਹੋ, ਔਰ ਨਾਲ ਦੀ ਨਾਲ ਸਹਾਇਕ ਧੰਦੇ ਬਣਾ ਸਕਦੇ ਹੋ। ਸੋ ਅਸੀਂ ਹਰ ਆਪਣੇ ਕੈਂਪਾਂ ਦੇ ਵਿੱਚ ਕਿਸਾਨਾਂ ਨੂੰ ਇਹਦੇ ਬਾਰੇ ਜਾਗਰੂਕ ਕਰਦੇ ਹਾਂ। ਔਰ ਇੱਕ ਗੱਲ ਹੋਰ ਜਿਹੜੀ ਮਿੱਠਾ ਸਿੰਘ ਜੀ ਗੱਲਾਂ ਚੋਂ ਗੱਲ ਇਹ ਨਿਕਲੀ ਏ ਕਿ ਜੇ ਕਿਸੇ ਨੇ ਬੀਜ ਪੈਦਾ ਕਰਨਾ ਹੈ, ਜੀ ਦੇਖੋ ਬੀਜ ਪੈਦਾ ਆਪਾਂ ਦਾਣੇ ਦੇ ਸਾਰੇ ਪੈਦਾ ਕਰਦੇ ਹੀ ਕਰਦੇ ਆ, ਲੇਕਿਨ ਜੇ ਉਸ ਨੂੰ ਬੀਜ ਵਾਸਤੇ ਪੈਦਾ ਕਰਨਾ ਤੇ ਸਾਨੂੰ ਖਾਸ ਤਕਨੀਕੀ ਨੁਕਤਿਆਂ ਦਾ ਧਿਆਨ ਦੇਣਾ ਪਊ। ਹਾਂ, ਦੇਖੋ ਉਹਦੇ ਵਾਸਤੇ ਬੀਜ ਦੀ ਸੋਧ, ਜਾਂ ਕਿਸਾਨ ਵੀ ਨੇ ਗੱਲ ਕੀਤੀ ਸੀ, ਜੀ, ਖਾਦਾਂ ਦਵਾਈਆਂ ਦਾ ਇਸਤੇਮਾਲ ਵੀ ਕਰਨਾ ਪਊ। ਇਹਦੇ ਵਾਸਤੇ ਕੋਈ ਸਿਖਲਾਈ ਵੀ ਦਿੰਦੇ ਹੋ ਤੁਸੀਂ? ਬਿਲਕੁਲ ਜੀ, ਅਸੀਂ ਕਿਸਾਨਾਂ ਨੂੰ ਇਹਦੇ ਬਾਰੇ ਸਿਖਲਾਈ ਵੀ ਕਰਨੇ ਆ, ਔਰ ਜਿਹੜਾ ਕਿਉਂਕਿ ਹੁਣ ਜੇ ਆਪਾਂ ਡੀਲਰ ਦੀ ਵੀ ਗੱਲ ਕਰੀਏ, ਇਨਪੁਟਸ ਡੀਲਰ ਦੀ ਵੀ, ਉਹਦੇ ਬਾਰੇ ਵੀ ਹੁਣ ਅਸੀਂ ਜੇ ਕਿਸੇ ਨੇ ਲਾਇਸੈਂਸ ਖਾਦ ਦਵਾਈ ਜਾਂ ਉਹਦਾ ਬੀਜ ਦਾ ਲੈਣਾ, ਉਹਦੇ ਵਾਸਤੇ ਵੀ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਜ਼ਰੂਰੀ ਕਰਤੀ ਹੈ ਵੀ ਉਹ ਸਿਖਲਾਈ ਲੈ ਕੇ ਔਰ ਸਰਟੀਫਿਕੇਟ ਲੈ ਕੇ ਉਹ ਲਾਇਸੈਂਸ ਲਾਵੇ। ਕਈ ਹਾਈਬ੍ਰਿਡ ਬੀਜ ਵੀ ਹੁੰਦੇ ਆ। ਬਿਲਕੁਲ ਔਰ ਜਿਹੜੇ ਹਾਈਬ੍ਰਿਡ ਬੀਜ ਹੈ ਉਹਦੇ ਵਿੱਚ ਇਹ ਵੀ ਦੇਖਣਾ ਵੀ ਇਹ ਜਿਹੜੀਆਂ ਨੋਟੀਫਾਈਡ ਵੈਰਾਈਟੀਆਂ ਹੋਣ, ਗੈਰ ਪ੍ਰਮਾਣਿਤ ਸ਼ੁੱਧਾ ਵੈਰਾਈਟੀਆਂ ਨਾ ਹੋਣ। ਉਹ ਉੱਥੇ ਜਿਹੜੀਆਂ ਸੀਡ ਪੈਦਾ ਕਰਨੀਆਂ, ਉਹ ਜਿਹੜੀਆਂ ਹੋਣੀਆਂ, ਉਹ ਬਕਾਇਦਾ ਕਿਸਾਨਾਂ ਨੂੰ ਉਹੀ ਕਰਨਾ ਵੀ ਇਹ ਸਾਡੀਆਂ ਸਿਫਾਰਿਸ਼ ਕਿਸਮਾਂ ਜਿਹੜੀਆਂ ਉਹਨਾਂ ਦਾ ਹੀ ਬੀਜ ਤਿਆਰ ਕਰਨਾ, ਤਾਂ ਜੋ ਜਿਹੜੇ ਕਿਸਾਨਾਂ ਨੂੰ ਆਪਾਂ ਮਿਆਰੀ ਬੀਜ ਜਿਹੜਾ ਉਹ ਦੇ ਸਕੀਏ। ਮਤਲਬ ਆਪਣੇ ਸੂਬੇ ਵਾਸਤੇ ਜਿਹੜੇ ਸਾਡੇ ਕਿਸਮਾਂ ਆ ਪ੍ਰਮਾਣਿਤ, ਉਹਨਾਂ ਦਾ ਬੀਜ ਹੀ ਅਸੀਂ ਤਿਆਰ ਕਰਨਾ। ਇਹ ਨਹੀਂ ਵੀ ਆਪਾਂ ਕਿਤੇ ਹੋਰ ਸੂਬੇ ਤੋਂ ਲੈ ਕੇ ਆਪਣੇ ਇੱਥੇ ਤਿਆਰ ਕਰਨ ਲੱਗ ਪਈਏ ਤੇ ਉਹ ਮੁੜ ਕੇ ਵਿਕਣਾ ਹੀ ਨਹੀਂ, ਉਹਦਾ ਕੀ ਫਾਇਦਾ? ਬਿਲਕੁਲ, ਜੇ ਆਪਾਂ ਜੇ ਦੂਸਰੇ ਸੂਬੇ ਨੂੰ ਵੀ ਕਰਨਾ, ਫਿਰ ਉਸ ਸੂਬੇ ਦੇ ਮੁਤਾਬਕ ਜਾਂ ਉਸ ਮੁਤਾਬਕ ਆਪਾਂ ਨੂੰ ਸੀਡ ਪ੍ਰੋਡਿਊਸਰ ਬਣਨਾ, ਫਿਰ ਉੱਥੇ ਜਾਣਾ ਪਊਗਾ ਆਪਾਂ ਨੂੰ, ਉੱਥੇ ਹੀ ਵੇਚਣਾ ਪਊਗਾ। ਜਾਣਾ ਨਾ ਵੀ ਜਾਣਾ ਪਵੇ, ਲੇਕਿਨ ਉਹਨਾਂ ਉਸ ਵੈਰਾਈਟੀ ਦੇ ਉਹਨਾਂ ਦੀ ਕਿਸਮਾਂ ਦੇ ਹਿਸਾਬ ਨਾਲ ਸਾਨੂੰ ਤਿਆਰ ਕਰਨਾ ਪਊਗਾ। ਹਾਂ ਵੀ ਉੱਥੇ ਹੀ ਵੇਚਣਾ ਪਊਗਾ। ਜੇਕਰ ਆਪਾਂ ਸੀਡ ਪ੍ਰੋਡਿਊਸਰ ਆਪਣੇ ਪੰਜਾਬ ਦਾ ਬਣਨਾ, ਤੇ ਆਪਣੀਆਂ ਜਿਹੜੀਆਂ ਸਿਫਾਰਿਸ਼ ਕਿਸਮਾਂ ਜਿਹੜੀਆਂ ਪੰਜਾਬ ਦੀਆਂ, ਜੀ, ਉਹਨਾਂ ਵਾਸਤੇ ਸਾਨੂੰ ਇਹ ਸੀਡ ਪ੍ਰੋਡਿਊਸਰ ਬਣਨਾ ਪਏਗਾ। ਮੈਂ ਸਮਝਦਾ ਮਿੱਠਾ ਸਿੰਘ ਜੀ ਕਿ ਇਹ ਬੇहद ਤਕਨੀਕੀ ਵਿਸ਼ਾ ਹੈ। ਹਾਂ, ਦੇਖੋ ਬੀ ਅਗਲੇ ਦੇ ਖੇਤ 'ਚ ਜਾਣਾ ਜੀ, ਅਗਲੇ ਨੂੰ ਫਸਲ ਮਿਲਣੀ ਹੈ ਤੇ ਚੰਗਾ ਦੇਾਂਗੇ, ਸਾਡਾ ਵਿਸ਼ਵਾਸ ਬਣੂ। ਇੱਕ ਦਾਣੇ ਦੇ 100 ਬਣਨੇ ਆ, ਵਿਸ਼ਵਾਸ ਵੀ ਬਣਾਉਣਾ ਨਾ, ਜੇ ਚੰਗਾ ਬੀ ਤਾਦੀ ਪੈਦਾ ਹੋਊ, ਜੇ ਅਗਲਾ ਵਿਸ਼ਵਾਸ ਕਰੂ, ਤੇ ਉਹਦੇ ਵਾਸਤੇ ਤਕਨੀਕੀ ਲੋੜਾਂ ਦੀ ਬੜੀ ਜ਼ਰੂਰਤ ਹੈ, ਤੇ ਤਕਨੀਕੀ ਲੋੜਾਂ ਵਾਸਤੇ ਯੂਨੀਵਰਸਿਟੀ ਨਾਲ ਮਹਿਕਮਾ ਖੇਤੀਬਾੜੀ ਨਾਲ ਜੁੜਨਾ ਬੜਾ ਜ਼ਰੂਰੀ ਹੈ। ਬਿਲਕੁਲ। ਅੱਛਾ ਡਾਕਟਰ ਸਾਹਿਬ, ਗੱਲ ਇਹ ਆ ਵੀ ਉੱਦਾਂ ਵੀ ਅਸੀਂ ਜਦੋਂ ਚਾਰ ਜ਼ਿਮੀਂਦਾਰ ਇਕੱਠੇ ਹੁੰਨੇ ਆ, ਇੱਕ ਦੂਜੇ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ, ਸਲਾਹ ਦਿੰਦੇ ਆ ਇੱਕ ਦੂਜੇ ਨੂੰ ਵੀ ਇਦਾਂ ਕੰਮ ਕਰ ਲਈਏ, ਇਦਾਂ ਕਰ ਲਈਏ। ਪਰ ਹੁਣ ਤੁਸੀਂ ਅੱਜ ਆਏ ਹੋ, ਮੁੱਖ ਖੇਤੀਬਾੜੀ ਅਫਸਰ ਹੋ, ਜਲੰਧਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਹੋ, ਸਾਡੇ ਜਿਹੜੇ ਬਾਕੀ ਕਿਸਾਨ ਵੀਰ ਆ ਤੇ ਸਾਨੂੰ ਕੋਈ ਖਾਸ ਸੁਨੇਹਾ ਦੇਣਾ ਚਾਹੋਗੇ? ਮੈਂ ਸਾਰੇ ਕਿਸਾਨ ਵੀਰਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਕਿਉਂਕਿ ਬੀਜ ਜਿਹੜਾ, ਕਿਉਂਕਿ ਇਹ ਇੱਕ ਬੜਾ ਮਹੱਤਵਪੂਰਨ ਸਾਡਾ ਖੇਤੀ ਦਾ ਹੈਗਾ, ਔਰ ਇਹਦੇ ਵਾਸਤੇ ਸਾਨੂੰ ਬੜਾ ਮਿਆਰੀ ਬੀਜ ਪੈਦਾ ਕਰਨ ਵਾਸਤੇ ਸਾਨੂੰ ਸੀਡ ਪ੍ਰੋਡਿਊਸਰ ਬਣਨ ਦੀ ਲੋੜ ਵੀ ਹੈਗੀ ਹੈ, ਔਰ ਸਾਨੂੰ ਆਪਣਾ ਬੀਜ ਤਿਆਰ ਕਰਨ ਦੀ ਵੀ ਲੋੜ ਹੈਗੀ ਹੈ। ਇਹ ਤਿਆਰ ਕਰਨ ਵਾਸਤੇ ਸਾਨੂੰ ਤਕਨੀਕੀ ਪੱਖਾਂ ਦਾ ਧਿਆਨ ਰੱਖ ਕੇ ਕਰਨਾ ਚਾਹੀਦਾ, ਔਰ ਬਕਾਇਦਾ ਜੇ ਸਾਨੂੰ ਇਹਨਾਂ ਨੂੰ ਕਿਸੇ ਕਿਸਮ ਦੀ ਕੋਈ ਜ਼ਰੂਰਤ ਹੈ, ਸਾਡੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਜਿਹੜੇ ਨੇ ਹਰ ਬਲਾਕਾਂ 'ਚ ਤੇ ਔਰ ਜ਼ਿਲ੍ਹੇ ਪੱਧਰ ਤੇ ਵੀ ਨੇ, ਔਰ ਬਕਾਇਦਾ ਇਹਨਾਂ ਉੱਥੇ ਸਾਡਾ ਸਟਾਫ ਜਿਹੜਾ ਉਹ ਹੈਗਾ, ਉਹਨਾਂ ਕੋਲ ਜਾ ਕੇ ਸਲਾਹ ਲੈ ਸਕਦੇ ਨੇ। ਹਾਂ ਬਿਲਕੁਲ। ਔਰ ਮੈਂ ਸਮਝਣਾ ਮਿੱਠਾ ਸਿੰਘ ਜੀ ਕਿ ਨੌਜਵਾਨ ਸਾਡੇ ਬੜੇ ਇਸ ਕੰਮ 'ਚ ਨੁਮਾਇਆ ਰੋਲ ਅਦਾ ਕਰ ਸਕਦੇ ਆ ਜੀ, ਬਿਲਕੁਲ ਕਰ ਸਕਦੇ। ਤੁਹਾਡੀ ਗੱਲ ਸਹੀ ਆ। ਬਾਕੀ ਇਹ ਆ ਵੀ ਕਿਸੇ ਨੇ ਹੋਰ ਜਾਣਕਾਰੀ ਲੈਣੀ ਆ, ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਹੀ ਆ ਵੀ ਹਰ ਜ਼ਿਲ੍ਹੇ ਦੇ ਵਿੱਚ ਮੁੱਖ ਖੇਤੀਬਾੜੀ ਅਫਸਰ ਆ, ਆਪਣਾ KVK ਹੈਗੇ ਆ, ਉੱਥੇ ਜਾ ਕੇ ਵੀ ਜਿਹੜਾ ਆ ਉੱਥੇ ਬੈਠੇ ਆ ਨੁਮਾਇੰਦੇ ਸਾਡੇ, ਉੱਥੇ ਜਾ ਕੇ ਜਾਣਕਾਰੀ ਲੈ ਸਕਦੇ। ਅੱਛਾ ਗੱਲ ਇਹ ਆ ਜੀ ਕਿ ਤੁਸੀਂ ਵੀ ਜਾਣਦੇ ਹੋ ਤੇ ਅਸੀਂ ਵੀ ਜਾਣਦੇ ਆ ਵੀ ਖੇਤੀਬਾੜੀ ਹੈਗੀ ਸਾਰੀ ਮੌਸਮ ਦੀ, ਇਹ ਤੇ ਹੈ ਹੀ, ਤੇ ਮੌਸਮ ਬਾਰੇ ਸਾਨੂੰ ਸਾਰਾ ਕੁਝ ਪਤਾ ਹੋਣਾ ਜ਼ਰੂਰੀ ਹੈਗਾ, ਉਹ ਚਾਹੀਦਾ। ਤੇ ਮੌਸਮ ਬਾਰੇ ਜਿਹੜੀ ਖਬਰ ਘੱਲੀ ਆ, ਖਾਸ ਤੌਰ ਤੇ ਤਾਪਮਾਨ ਜਿਹੜਾ ਸਾਡੇ ਪਿਛਲੇ 24 ਘੰਟਿਆਂ 'ਚ ਕਿਵੇਂ ਦਾ ਰਿਹਾ, ਇਹ ਆਪਣੇ ਕਿਸਾਨ ਵੀਰਾਂ ਨੂੰ ਦੱਸ ਦਈਏ। ਬਿਲਕੁਲ ਦੱਸੋ ਜੀ। ਤਾਪਮਾਨ ਇਸ ਤਰ੍ਹਾਂ ਹੈ ਜੀ ਕਿ ਚੰਡੀਗੜ੍ਹ ਵੱਧ ਤੋਂ ਵੱਧ 28.9 ਡਿਗਰੀ ਰਿਹਾ, ਘੱਟ ਤੋਂ ਘੱਟ 14.7, ਅੰਮ੍ਰਿਤਸਰ 'ਚ 26.9 ਤੇ 13.2 ਡਿਗਰੀ ਸੈਲਸੀਅਸ ਜੀ,
ਲੁਧਿਆਣਾ 'ਚ 29 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 15.3 ਡਿਗਰੀ ਸੈਲਸੀਅਸ। ਪਟਿਆਲਾ 'ਚ ਵੱਧ ਤੋਂ ਵੱਧ 30 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 15.5 ਡਿਗਰੀ ਸੈਲਸੀਅਸ। ਤੇ ਬਠਿੰਡਾ ਦੇ ਵਿੱਚ ਮੌਸਮ ਜਿਹੜਾ ਵੱਧ ਤੋਂ ਵੱਧ 27.2 ਡਿਗਰੀ ਤੇ ਘੱਟ ਤੋਂ ਘੱਟ 12.6 ਡਿਗਰੀ ਸੈਲਸੀਅਸ ਰਿਹਾ ਜੀ। ਫਰੀਦਕੋਟ 'ਚ 26.8 ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 14 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਆ। ਤੇ ਮੌਸਮ ਦੇ ਬਾਰੇ ਜਿਹੜੀ ਇਤਲਾਹ ਆਈ ਆ ਵੀ ਆਉਣ ਵਾਲੇ 24 ਘੰਟਿਆਂ 'ਚ ਮੌਸਮ ਜਿਹੜਾ ਆ ਇਹ ਆਮ ਤੌਰ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਕੋਈ ਖਾਸ ਫੇਰ ਬਦਲ ਨਹੀਂ ਹੈ। ਕਿਸਾਨ ਵੀਰੋ ਤੇ ਭੈਣੋ, ਤੁਸੀਂ ਵੀ ਜੇ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਕੋਈ ਗੱਲਬਾਤ ਹੀ ਸਾਡੇ ਮਾਹਰਾਂ ਨਾਲ ਕਰਨੀ ਚਾਹੁੰਦੇ ਹੋ, ਅਸੀਂ ਉਹਨਾਂ ਮਾਹਰਾਂ ਨੂੰ ਸੱਦਾਂਗੇ। ਤੁਸੀਂ ਸਾਨੂੰ ਇੱਕ ਵਾਰੀ ਖੱਤ ਲਿਖੋ ਜਾਂ ਸਾਨੂੰ ਈਮੇਲ ਕਰ ਸਕਦੇ ਹੋ। ਖੱਤ ਲਿਖਣ ਲਈ ਪਤਾ ਸਾਡਾ ਜਿਹੜਾ ਹੈ ਉਹ ਨੋਟ ਕਰ ਲਓ। ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ, ਡੀਡੀ ਪੰਜਾਬੀ, ਦੂਰਦਰਸ਼ਨ ਕੇਂਦਰ, ਭਗਵਾਨ ਮਹਾਵੀਰ ਮਾਰਗ, ਜਲੰਧਰ, ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com। ਕਿਸਾਨ ਵੀਰੋ ਤੇ ਭੈਣੋ, ਹੱਸਦੇ ਰਹੋ, ਵਸਦੇ ਰਹੋ, ਕੰਮ ਕਰੋ, ਮਿਹਨਤ ਕਰੋ। ਪਰ ਥੋੜਾ ਜਿਹਾ ਹੁਣ ਨਾ ਕਰੋਨਾ ਦਾ ਫੇਰ ਜਿਹੜੀ ਆਮਦ ਹੋਣੀ ਸ਼ੁਰੂ ਹੋ ਗਈ ਹੈ, ਸਾਡੀ ਅਣਗਹਿਲੀ ਕਹਿ ਲਓ, ਕੁਝ ਵੀ ਕਹਿ ਸਕਦੇ ਹਾਂ, ਪਰ ਇਹ ਖਤਰਾ ਸਾਡੇ ਤੇ ਬਰਕਰਾਰ ਆ। ਇਸ ਕਰਕੇ ਇਹ ਆਪਣਾ ਕਰੋ, ਜਦੋਂ ਵੀ ਬਾਹਰ ਜਾਓ ਮਾਸਕ ਜ਼ਰੂਰ ਪਾ ਕੇ ਜਾਓ, ਸਮਾਜਿਕ ਦੂਰੀ ਇੱਕ ਦੂਜੇ ਨਾਲ ਬਣਾ ਕੇ ਰੱਖੋ। ਘਰ ਵਾਪਸ ਆਓ ਤੇ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਵੋ, ਪੈਰ ਮੂੰਹ ਧੋਵੋ, ਆਪਣੇ ਪਰਿਵਾਰ ਦਾ ਧਿਆਨ ਰੱਖੋ। ਵੇਖਦੇ ਰਹੋ ਡੀਡੀ ਪੰਜਾਬੀ। ਹੁਣ ਸਾਨੂੰ ਇਜਾਜ਼ਤ ਦਿਓ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੇ ਜੈ ਹਿੰਦ ਜੀ। ਜੈ ਹਿੰਦ ਜੀ।